हम मैले तुम्हें उजल करते, हम निर्गुण तू दाता। हम मूर्ख तुम चतुर सियाणे, तू सर्ब कला का ज्ञाता। माधो हम ऐसे तू ऐसा, हम पापी तुम पाप खंडन, नीको ठाकुर देसा। तेरे गुण बहुते मैं एक ना जानिया, मैं मूर्ख किछ दीजै। प्रणवत नानक तिनकी शरणा, डुबदा पत्थर लीजै। बेशुमार अथाह अगन ते अतुल, ज्यों बुलावहु त्यों नानक दास बोलै। ज्यों बुलावहु त्यों नानक दास बोलै। परम सम्मानयोग सहबे कमाल सतगुरु बख्शिशां दे भंडार, रहमतां दे खजाने, सुखां दे सागर, शाहे शहनशाह वालिए कुल आलम, सरवरे कायनात, तख्त जबर शतर के मालक, धन 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 साहिब श्री गुरु ग्रंथ साहिब जी महाराज। सतगुरु सच्चे पातशाह जी दे सज रहे पावन दरबार की हाज़री भर रही गुरु की साजी अते निवाजी, गुरु सवारी, गुरु प्यारी, गुरु रूप, गुरु खालसा साध संगत जीओ। वडभागे हो जो साहिबां ने अपनी गोदी दे विच बैठण दा सानू सारियां नूं ही सुभागा अवसर बख्शिश कीता है। सतगुरु सच्चे पातशाह जी दे पावन दरबार साहिब श्री गुरु हरराय महाराज जी, इन्हां दे चरण छोह प्राप्त स्थान उत्थे हाज़री भर रहे हो। आओ सब तो पहलों सतगुरु सच्चे पातशाह जी के चरणों के शीश निभाउंदियां होया बड़े प्रेम सहित महाराज जी के चरणों में हाज़री लगवाइए। उच्चारण करो जी, वाहिगुरु जी का खालसा, वाहिगुरु जी की फतेह। मैं बार बार ना आखां, एको बारी बेनती करांगा भी बाहर जिहड़े बच्चे थोड़ा रौला पा रहे ने ना, इन्हों थोड़ा शांत करवा दिओ। थोड़ा जिहा बच्चिआं नूं चुप करवाओ, आपो अपनी ये जिम्मेवारी जरूर सांभो। जां कोई भी उठ करके जाए तो बच्चिआं नूं चुप कराओ, कोई
ਆਪਾਂ ਮਹਾਰਾਜ ਜੀ ਪਾਸੋਂ ਖੁਸ਼ੀਆਂ ਲੈਣ ਦੇ ਲਈ ਇਕੱਤਰ ਹੋਏ ਆ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ। ਔਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਚਰਨਾਂ ਦੇ ਵਿੱਚ ਗੁਰੂ ਕੀ ਵਿਚਾਰ ਚੱਲ ਰਹੀ ਹੋਵੇ, ਗੁਰ ਇਤਿਹਾਸ, ਗੁਰਬਾਣੀ, ਉਦੋਂ ਪਾਤਸ਼ਾਹ ਜੀ ਨੇ ਰਹਿਤਨਾਮਿਆਂ ਦੇ ਵਿੱਚ ਵੀ ਵਚਨ ਦਰਜ ਕੀਤੇ ਨੇ। ਕਹਿੰਦੇ ਵੀ ਜਦੋਂ ਹਰਜਸ ਚੱਲਦਾ ਹੋਵੇ ਨਾ, ਉਦੋਂ ਜੇਕਰ ਕੋਈ ਆਪਣੀਆਂ ਗੱਲਾਂ ਚਲਾਉਂਦਾ ਹੈ ਜਾਂ ਇੱਧਰ ਉੱਧਰ ਦੀਆਂ ਗੱਲਾਂ ਕਰਦਾ ਹੈ, ਉਹ ਵੱਡਾ ਤਨਖਾਹੀਆ ਹੋਇਆ ਕਰਦਾ ਹੈ। ਤੇ ਰਹਿਤਨਾਮਿਆਂ ਦੇ ਵਿੱਚ ਵਚਨ ਦਰਜ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਉਹ ਰਹਿਤਨਾਮਿਆਂ ਦੀ ਬਖਸ਼ਿਸ਼ ਕੀਤੀ ਹੈ, ਜਿਹਦੇ ਵਿੱਚ ਉਚਾਰਨ ਕੀਤਾ ਹੈ, ਹਰ ਜਸ ਚਲਤੇ ਬਾਤ ਚਲਾਵੇ ਤਨਖਾਈ ਉਹ ਵੱਡੋ ਕਹਾਵੇ। ਉਹ ਵੱਡਾ ਤਨਖਾਈ ਹੈ। ਫਿਰ ਦੂਸਰੀ ਗੱਲ ਇੱਥੇ ਆ ਜਾਂਦੀ ਹੈ ਵੀ ਹੈ ਤਾਂ ਇਹ ਜੀਵ ਹੀ ਨਾ, ਇਹ ਰਸਨਾ, ਇਹ ਜਵਾਨ, ਇਹਨੂੰ ਜਿੰਨੇ ਬਾਹਰਲੇ ਪਦਾਰਥਾਂ ਦੇ ਵਿੱਚੋਂ ਰਸ ਆਉਂਦਾ ਹੈ, ਉਨਾ ਰਸ ਗੁਰੂ ਕੀ ਬਾਣੀ ਦੇ ਵਿੱਚੋਂ, ਗੁਰੂ ਇਤਿਹਾਸ ਦੇ ਵਿੱਚੋਂ ਨਹੀਂ ਆਉਂਦਾ। ਜਦੋਂ ਅਸੀਂ ਗੁਰੂ ਕੀ ਬਾਣੀ ਸੁਣਨੀ ਹੁੰਦੀ ਹੈ ਜਾਂ ਗੁਰੂ ਕੀ ਬਾਣੀ ਜਪਣੀ ਹੁੰਦੀ ਰਸਨਾ ਦੁਆਰਾ, ਉਦੋਂ ਸਾਨੂੰ ਥਕਾਵਟ ਵੀ ਹੁੰਦੀ ਹੈ, ਠੰਡ ਵੀ ਲੱਗਦੀ ਹੈ, ਬੈਠਣਾ ਵੀ ਔਖਾ ਹੁੰਦਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਰਸਨਾ ਦੀ ਗਲਤੀ ਹੈ, ਜੀਵ ਦੀ ਗਲਤੀ ਹੈ। ਜੀਵ ਜਿਹੜੀ ਹੈ ਨਾ, ਇਹ ਸਾਨੂੰ ਰਸ ਮਾਣਨ ਦੇ ਲਈ ਨਹੀਂ ਮਿਲੀ। ਰਸ ਮਾਣਨਾ ਹੈ ਤਾਂ ਗੁਰੂ ਕੀ ਬਾਣੀ ਦਾ ਮਾਣ। ਜਿਹੜੇ ਨਿਤਨੇਮੀ ਨੇ ਨਾ, ਰੋਜ਼ਾਨਾ ਅੰਮ੍ਰਿਤ ਵੇਲੇ 5 ਬਾਣੀਆਂ ਦਾ ਨਿਤਨੇਮ, ਹੋਰ ਵੀ ਵੱਧ ਬਾਣੀਆਂ ਦਾ ਨਿਤਨੇਮ ਕਰਦੇ ਨੇ, ਉਹ ਪੜ੍ਹਦੇ ਨੇ ਵਚਨ। ਅਸੀਂ ਆਨੰਦ ਸਾਹਿਬ ਦੇ ਵਿੱਚ ਪੜ੍ਹਦੇ ਹਾਂ, ਰਸਨਾ ਤੂੰ ਅਨ ਰਸ ਰਾਚ ਰਹੀ, ਤੇਰੀ ਪਿਆਸ ਨਾ ਜਾਏ। ਰਸਨਾ ਨਾਮ ਹੈ ਜੀਵ ਦਾ। ਔਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਜਿੰਨੀ ਦੇਰ ਤੱਕ ਇਹ ਜੀਵ ਹੋਰ ਰਸਾਂ ਦੇ ਵਿੱਚ ਰਚੀ ਰਹਿੰਦੀ ਹੈ ਨਾ, ਜਿੰਨੀ ਦੇਰ ਤੱਕ ਹੋਰ ਪਦਾਰਥਾਂ ਦੇ ਵਿੱਚੋਂ ਰਸ ਆਉਂਦੇ ਨੇ, ਉਨੀ ਦੇਰ ਤੱਕ ਇਹਦੇ ਨਾਮ ਰਸ ਦੀ ਪਿਆਸ ਜਿਹੜੀ ਉਹ ਬੁਝਦੀ ਕੋਈ ਨਹੀਂ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸਿਰੇ ਦੀ ਗੱਲ ਕਰ ਦਿੱਤੀ, ਕਹਿਣ ਲੱਗੇ ਰਸਨਾ ਜਪੇ ਨਾ ਨਾਮ, ਤਿਲ ਤਿਲ ਕਰ ਕੱਟੀਏ। ਜਿਹੜੀ ਰਸਨਾ, ਜਿਹੜੀ ਜੀਵ ਨਾਮ ਨਹੀਂ ਜਪਦੀ ਨਾ, ਉਹਨੂੰ ਛੋਟੇ ਛੋਟੇ ਟੁਕੜਿਆਂ ਦੇ ਵਿੱਚ ਕੱਟ ਦੇਣਾ ਚਾਹੀਦਾ, ਉਹਦਾ ਫਾਇਦਾ ਕੋਈ ਨਹੀਂ। ਚਲੋ ਮੈਂ ਇੱਧਰ ਨਾ ਜਾਵਾਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਮਾਸਟਰ ਹਰਭਜਨ ਸਿੰਘ ਜੀ ਤੇ ਇਹਨਾਂ ਦੇ ਪਰਿਵਾਰ ਨੇ, ਸਾਰਿਆਂ ਨੇ ਇਕੱਤਰ ਹੋ ਕਰਕੇ ਜਿੱਥੇ ਆਪਣੇ ਬਜ਼ੁਰਗਾਂ ਨੂੰ ਯਾਦ ਕੀਤਾ ਹੈ, ਉਹਨਾਂ ਦੇ ਪ੍ਰਥਾਏ ਬਾਣੀ ਪਿਛਲੇ ਕਾਫੀ ਦਿਨਾਂ ਤੋਂ ਉਚਾਰਨ ਹੋ ਰਹੀ ਸੀ। ਸਹਿਜ ਪਾਠ ਆਰੰਭ ਸਨ, ਭੋਗ ਪਏ ਨੇ। ਜਿੱਥੇ ਅਸੀਂ ਆਪਣੇ ਉਹਨਾਂ ਬਜ਼ੁਰਗਾਂ ਨੂੰ ਯਾਦ ਕਰਦੇ ਹਾਂ ਨਾ, ਤੇ ਉੱਥੇ ਇੱਕ ਗੱਲ ਹੋਰ ਬਣਦੀ ਹੈ। ਜਿਹੜਾ ਸਮਾਂ ਹੋਵੇ, ਆਮ ਕਰਕੇ ਕਹਿੰਦੇ ਨੇ ਸਿਆਣੇ, ਵੇਲੇ ਦੇ ਰਾਗ ਕੁਵੇਲੇ ਦੀਆਂ ਟੱਕਰਾਂ। ਜਿਹੜੇ ਰਾਗੀ ਜਨ ਨਾ ਕੀਰਤਨ ਕਰਦੇ ਨੇ, ਉਹ ਜੇ ਸਮੇਂ ਅਨੁਸਾਰ ਰਾਗ ਨਾ ਗਾਉਣ, ਕਿਹੜਾ ਸਵੇਰ ਦਾ ਰਾਗ ਹੈ, ਕਿਹੜਾ ਦੁਪਹਿਰ ਦਾ ਰਾਗ ਹੈ, ਕਿਹੜਾ ਸ਼ਾਮ ਦਾ ਹੈ, ਕਿਹੜਾ ਸੰਧਿਆ ਦਾ ਹੈ, ਕਿਹੜਾ ਰਾਤ ਦਾ ਹੈ, ਕਿਹੜਾ ਅੰਮ੍ਰਿਤ ਵੇਲੇ ਦਾ ਹੈ, ਜੇ ਉਹ ਸਮੇਂ ਅਨੁਸਾਰ ਨਾ ਗਾਉਣ ਨਾ, ਤੇ ਉਹਨਾਂ ਨੂੰ ਕਹਿੰਦੇ ਟੱਕਰਾਂ ਹੀ ਮਾਰਦੇ ਪਏ ਨੇ, ਇਹਨਾਂ ਨੂੰ ਕੁਝ ਆਉਂਦਾ ਨਹੀਂ। ਜਰਾ ਧਿਆਨ ਮਾਰ ਕਰਕੇ ਦੇਖਿਆ ਕਰੋ, ਕਿਉਂਕਿ ਅੱਜ ਕੱਲ੍ਹ ਤਾਂ ਟੈਲੀਵਿਜ਼ਨਾਂ ਦੇ ਵਿੱਚ ਵੀ ਆਪਾਂ ਰੋਜ਼ਾਨਾ ਦੇਖਦੇ ਹਾਂ, ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਵੀ ਤੇ ਸੰਧਿਆ ਸਮੇਂ ਵੀ ਗੁਰਬਾਣੀ ਕੀਰਤਨ ਦਾ ਟੈਲੀਕਾਸਟ ਲਾਈਵ ਚੱਲਦਾ ਹੁੰਦਾ ਹੈ। ਜਦੋਂ ਕੋਈ ਰਾਗੀ ਜਥਾ ਬਦਲਦਾ ਹੈ ਨਾ, ਨਵਾਂ ਰਾਗੀ ਜਥਾ ਜਿਹੜਾ ਲੱਗ ਰਿਹਾ ਹੈ, ਉਹ ਸਭ ਤੋਂ ਪਹਿਲਾਂ ਜਿਹੜਾ ਸ਼ਬਦ ਉਚਾਰਨ ਕਰੇਗਾ, ਉਹ ਸਮੇਂ ਦੇ ਰਾਗ ਅਨੁਸਾਰ ਕਰੇਗਾ। ਜੇ ਉਸ ਸਮੇਂ ਦਾ ਰਾਗ ਨਹੀਂ ਗਾਉਂਦਾ ਨਾ, ਉਹਨੂੰ ਟੋਕਿਆ ਵੀ ਜਾਂਦਾ ਹੈ, ਉਹਨੂੰ ਰੋਕਿਆ ਵੀ ਜਾਂਦਾ ਹੈ। ਆਪਾਂ ਪਿਛਲੇ ਸਮੇਂ ਦੌਰਾਨ ਦੇਖਦੇ ਰਹੇ ਹਾਂ, ਕਈ ਰਾਗੀ ਕਹਿ ਦਿੰਦੇ ਸਾਨੂੰ ਐਵੇਂ ਟੋਕਦੇ ਨੇ। ਕਾਰਨ ਕੀ ਹੋਇਆ ਕਰਦਾ ਸੀ ਵੀ
ਗੁਰੂ ਸਾਹਿਬਾਂ ਨੇ ਜੋ ਰਾਗਾਂ ਦੇ ਵਿੱਚ ਬਖਸ਼ਿਸ਼ ਕੀਤੀ ਹੈ ਗੁਰਬਾਣੀ, ਜਿੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਗੁਰਬਾਣੀ ਉਚਾਰਨ ਕੀਤੀ ਸ਼ੁਰੂ ਕੀਤੀ ਨਾ, ਪਹਿਲੋਂ ਸਭ ਤੋਂ ਉੱਥੇ ਰਾਗ ਦਰਜ ਕੀਤਾ ਹੈ। ਸੋਰਠ ਮਹੱਲਾ ਪੰਜਵਾਂ, ਪਹਿਲੋਂ ਰਾਗ ਹੈ ਸੋਰਠ, ਮਹੱਲਾ ਹੈ ਗੁਰਦੇਵ ਪਾਤਸ਼ਾਹ ਪੰਜਵੇਂ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ, ਪਹਿਲੋਂ ਰਾਗ ਦਰਸਾਇਆ ਹੈ। ਸੋ ਇਸੇ ਕਾਰਨ ਜਦੋਂ ਅਸੀਂ ਉਹ ਰਾਗ ਸਮੇਂ ਸਿਰ ਨਾ ਗਾਈਏ ਤੇ ਉਹਦਾ ਕੋਈ ਮਾਇਨਾ ਨਹੀਂ ਰਹਿ ਜਾਂਦਾ। ਰਾਗਾਂ ਦੇ ਵਿੱਚ ਵੀ ਤਾਕਤ ਹੈ। ਕਹਿੰਦੇ ਨੇ ਜੇ ਦੀਪਕ ਰਾਗ ਗਾਉਣ ਵਾਲਾ ਵਧੀਆ ਇਨਸਾਨ ਹੋਵੇ ਨਾ, ਜਿਹੜਾ ਪੂਰਨ ਰੂਪ ਦੇ ਵਿੱਚ ਦੀਪਕ ਰਾਗ ਗਾ ਰਿਹਾ ਹੋਵੇ, ਬੁਝੇ ਹੋਏ ਦੀਵੇ ਜਗਣ ਲੱਗ ਪੈਂਦੇ ਨੇ ਆਪਣੇ ਆਪ। ਮੇਘ ਰਾਗ, ਮੇਘ ਰਾਗ ਕੋਈ ਰਾਗੀ ਗਾ ਰਿਹਾ ਹੋਵੇ ਤੇ ਅਸਮਾਨ ਦੇ ਵਿੱਚੋਂ ਵਰਖਾ ਹੋਣ ਲੱਗ ਪੈਂਦੀ ਹੈ। ਤਾਂ ਹੁਣ ਥੋੜੇ ਦਿਨਾਂ ਤੇ ਤੁਸੀਂ ਦੇਖ ਲਿਓ, ਜਦੋਂ ਮਾਘ ਦਾ ਮਹੀਨਾ ਚੜ੍ਹਨਾ ਹੈ ਨਾ, ਮਾਘੀ ਵਾਲੇ ਦਿਨ ਤੋਂ ਰਾਗ ਸ਼ੁਰੂ ਹੋ ਜਾਣਾ ਹੈ, ਹੋਲੇ ਮਹੱਲੇ ਤੱਕ ਚੱਲਣਾ ਹੈ। ਕੋਈ ਵੀ ਰਾਗੀ ਉਸ ਰਾਗ ਤੋਂ ਬਿਨਾਂ ਦਰਬਾਰ ਸਾਹਿਬ ਕੀਰਤਨ ਨਹੀਂ ਕਰ ਸਕਦਾ। ਬਸੰਤ ਰਾਗ ਜਾਂ ਉਹ ਪਹਿਲੋਂ ਪੜ੍ਹੇਗਾ ਜਾਂ ਸਮਾਪਤੀ ਤੇ ਪੜ੍ਹੇਗਾ, ਪੜ੍ਹੇਗਾ ਜ਼ਰੂਰ। ਸੋ ਇਸ ਕਰਕੇ ਜਿਹੜਾ ਸਮਾਂ ਹੋਇਆ ਕਰਦਾ ਹੈ ਨਾ, ਉਸ ਸਮੇਂ ਦੇ ਨਾਲ ਹੀ ਸਮੇਂ ਦੀ ਗੱਲ ਚੰਗੀ ਲੱਗਦੀ ਹੈ। ਸਮੇਂ ਤੋਂ ਬਗੈਰ ਅਸੀਂ ਕੋਈ ਗੱਲ ਕਰੀਏ ਨਾ, ਉਹ ਗੱਲ ਜੱਜਦੀ ਨਹੀਂ, ਨਾ ਹੀ ਉਸ ਦਾ ਕੋਈ ਮਾਇਨਾ ਰਿਹਾ ਕਰਦਾ ਹੈ। ਮੇਰੇ ਕਹਿਣ ਤੋਂ ਭਾਵ ਵੀ ਜਿਵੇਂ ਇਸ ਗੁਰਮੁਖ ਪਰਿਵਾਰ ਨੇ ਆਪਣੇ ਬਜ਼ੁਰਗਾਂ ਨੂੰ ਯਾਦ ਕੀਤਾ, ਆਪਾਂ ਗੁਰੂ ਗੋਦੀ ਦੇ ਵਿੱਚ ਬੈਠੇ ਹਾਂ। ਸਾਡੇ ਸਾਰਿਆਂ ਤੋਂ ਵੱਡੇ ਬਜ਼ੁਰਗ ਨੇ ਗੁਰਦੇਵ ਪਾਤਸ਼ਾਹ ਜੀ, ਜਿਨ੍ਹਾਂ ਦੀ ਬਦੌਲਤ ਅੱਜ ਸਾਨੂੰ ਸੰਸਾਰ ਦੇ ਵਿੱਚ ਕੋਈ ਨਾਮ ਮਿਲਿਆ ਹੈ। ਗੁਰਦੇਵ ਪਾਤਸ਼ਾਹ ਜੀ ਦੀ ਬਦੌਲਤ ਨਾਮ ਮਿਲਿਆ ਹੈ। ਕਿਵੇਂ? ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਪਹਿਲੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਇਸ ਸੰਸਾਰ ਦੇ ਵਿੱਚ ਅਜੇ ਆਏ ਨਹੀਂ ਤੇ ਲੋਕ ਜਾਤਾਂ ਦੇ ਅਨੁਸਾਰ ਬੁਲਾਇਆ ਕਰਦੇ ਸੀ। ਕਿਸੇ ਨੂੰ ਮਰਾਸੀ ਕਹਿ ਦੇਣਾ, ਜਿਹੜਾ ਮਰਾਸੀ ਉਹਨੂੰ ਮਰਾਸੀ ਕਹਿ ਦੇਣਾ, ਕਿਸੇ ਨੂੰ ਝੂਰ ਕਹਿ ਦੇਣਾ। ਪਰ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਰਹਿਮਤ ਕੀਤੀ, ਜਾਤਾਂ ਪਾਤਾਂ ਦੀਆਂ ਵੰਡੀਆਂ ਨੂੰ ਮੇਟਿਆ। ਹੁਣ ਸੀਸ ਦੇ ਉੱਪਰ ਦਾੜਾ ਹੋਵੇ, ਮੁਖ ਦੇ ਉੱਪਰ ਦਾੜਾ ਹੋਵੇ ਤੇ ਸੀਸ ਦੇ ਉੱਪਰ ਦਸਤਾਰ ਸਜੀ ਹੋਵੇ, ਸਾਹਮਣੇ ਖੜਾ ਹੋਵੇ, ਕੋਈ ਦੂਸਰਾ ਇਨਸਾਨ ਆਣ ਕਰਕੇ ਵੀ ਬੁਲਾਵੇ, ਫਿਰ ਉਹਦੀ ਜਾਤ ਨਹੀਂ ਦੇਖਿਆ ਕਰਦਾ। ਉਹ ਕਹਿੰਦਾ ਸਿੱਖ ਹੈ, ਗੁਰੂ ਕਾ ਸਿੱਖ ਹੈ, ਇਹ ਗੁਰਸਿੱਖ ਹੈ। ਇੱਕ ਨਾਮ ਦੇ ਦਿੱਤਾ ਗਿਆ ਗੁਰੂ ਦੇ ਸਿੱਖਾਂ ਨੂੰ, ਜਿਨ੍ਹਾਂ ਦੇ ਕੋਲ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਬਾਣਾ ਮੌਜੂਦ ਹੈ। ਉਹ ਨਾਮ ਦੇ ਦਿੱਤਾ ਗਿਆ, ਸਿੰਘ ਹੈ ਜਾਂ ਇਹ ਸਿੱਖ ਹੈ ਜਾਂ ਇਹ ਖਾਲਸਾ ਹੈ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਦੌਲਤ ਮਿਲਿਆ ਸਾਨੂੰ। ਉਹ ਸਾਡੇ ਬਜ਼ੁਰਗ ਨੇ। ਆਪਾਂ ਦੇਖਦੇ ਹਾਂ ਨਾ, ਜਦੋਂ ਬਜ਼ੁਰਗ ਸਾਡੇ ਆਮ ਦੁਨੀਆ ਵਿੱਚ ਵਿਚਰ ਰਹੀ ਹੋਈ ਹੈ, ਬਜ਼ੁਰਗਾਂ ਨੂੰ ਕੋਈ ਨਾਮ ਮਿਲਿਆ ਹੋਵੇ, ਉਹੀ ਅੱਲ ਚੱਲੀ ਜਾਂਦੀ ਰਹਿੰਦੀ ਸਾਡੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਤੋਂ ਸਾਡੀ ਅੱਲ ਬਣ ਗਈ, ਇੱਕ ਕਹਿ ਦਈਏ ਵੀ ਸਿੱਖ ਦੀ ਅੱਲ ਹੈ। ਇਹ ਸਿੱਖਣ ਵਾਲਾ ਹੈ ਔਰ ਸਿੱਖ ਹੈ। ਜਦੋਂ ਫਿਰ ਗੁਰੂ ਕੀ ਸਿੱਖੀ ਨੂੰ ਹਾਸਲ ਕਰ ਲੈਂਦਾ, ਫਿਰ ਇਹ ਗੁਰਸਿੱਖ ਹੋ ਜਾਇਆ ਕਰਦਾ, ਗੁਰੂ ਦੀ ਸਿੱਖਿਆ ਨੂੰ ਹਾਸਲ ਕਰ ਲੈਂਦਾ ਹੈ। ਹੁਣ ਉਹ ਨੇ ਸਾਡੇ ਬਜ਼ੁਰਗ। ਤੇ ਜਦੋਂ ਅਸੀਂ ਬਜ਼ੁਰਗਾਂ ਦੀ ਗੱਲ ਕਰਦੇ ਹਾਂ ਨਾ, ਤੇ ਫਿਰ ਇੱਕ ਗੱਲ ਸੋਚਣ ਲਈ ਮਜਬੂਰ ਹੋ ਜਾਂਦਾ ਹੈ ਇਨਸਾਨ। ਆਪਣੇ ਵੱਡੇ ਵਡੇਰਿਆਂ ਦੀ ਗੱਲ ਕਰੇ, ਆਪਣੇ ਬਾਪ ਦੀ, ਆਪਣੇ ਦਾਦੇ ਦੀ, ਆਪਣੇ ਪੜਦਾਦੇ ਦੀ, ਤੇ ਫਿਰ ਇੱਕ ਗੱਲ ਸੋਚਦਾ ਵੀ ਅਸੀਂ ਇੱਥੇ ਤੱਕ ਪਹੁੰਚੇ ਕਿਵੇਂ ਹਾਂ? ਸਾਡੇ ਬਾਬੇ ਪੜਦਾਦੇ ਕੀ ਕਰਦੇ ਰਹੇ ਨੇ? ਉਹਨਾਂ ਨੇ ਕਿਵੇਂ ਦੁਨੀਆ ਦੇ ਵਿੱਚ ਆਪਣਾ ਨਾਮ ਰੋਸ਼ਨ ਕੀਤਾ, ਜਿਨ੍ਹਾਂ ਦੀ ਬਦੌਲਤ ਅੱਜ ਲੋਕ ਸਾਨੂੰ ਵੀ ਸਨਮਾਨ ਦਿੰਦੇ ਨੇ? ਜਾਂ ਫਿਰ ਇੰਜ ਹੋਇਆ ਕਰਦਾ ਹੈ ਵੀ ਬੱਚੇ ਨਾਮ ਰੋਸ਼ਨ ਕਰਦੇ ਨੇ। ਸਾਡੇ ਬੱਚਿਆਂ ਨੇ ਕੀ ਕੀਤਾ ਹੈ? ਵਿਦਵਾਨ ਪੁਰਖਾਂ ਨੇ ਨਾ 3 ਪ੍ਰਕਾਰ ਦੇ ਵਿਅਕਤੀ ਇਸ ਸੰਸਾਰ ਦੇ ਵਿੱਚ ਗਿਣੇ ਨੇ, ਜਿਹੜੇ ਮਸ਼ਹੂਰ ਹੁੰਦੇ ਨੇ, ਜਿਹੜੀ ਉੱਗੀ ਸ਼ਖਸੀਅਤ ਹੋਇਆ ਕਰਦੀ ਹੈ। ਉਹ ਕਹਿੰਦੇ 3 ਪ੍ਰਕਾਰ ਦੇ ਹੁੰਦੇ ਨੇ। ਇੱਕ ਉਹ ਨੇ ਜਿਨ੍ਹਾਂ ਦੇ ਦਾਦੇ ਪੜਦਾਦਿਆਂ ਨੇ, ਪਿਤਾ ਨੇ ਬੜੀ ਮਿਹਨਤ ਕੀਤੀ
ਉਹਨਾਂ ਦਾ ਮਾਣ ਸਨਮਾਨ ਇਸ ਸੰਸਾਰ ਦੇ ਵਿੱਚ ਬਣਿਆ, ਸਤਿਕਾਰ ਬਣਿਆ, ਦੁਨੀਆ ਦੇ ਵਿੱਚ ਭਲੇ ਕਾਰਜ ਕੀਤੇ, ਉਹਨਾਂ ਦੀ ਬਦੌਲਤ ਆਉਣ ਵਾਲੀ ਪੀੜ੍ਹੀਆਂ ਨੂੰ ਵੀ ਮਾਣ ਸਨਮਾਨ ਮਿਲਣ ਲੱਗ ਪੈਂਦਾ ਹੈ। ਇੱਕ ਉਹ ਵਿਅਕਤੀ ਨੇ ਜਿਹੜੇ ਆਪਣੇ ਬਜ਼ੁਰਗਾਂ ਦੀ ਬਦੌਲਤ ਇੱਥੇ ਮਾਣ ਸਨਮਾਨ ਪ੍ਰਾਪਤ ਕਰਦੇ ਨੇ, ਤੇ ਦੂਸਰੇ ਵਿਅਕਤੀ ਉਹ ਹੋਇਆ ਕਰਦੇ ਨੇ ਜਿਨ੍ਹਾਂ ਦੇ ਬਜ਼ੁਰਗਾਂ ਨੇ ਕੋਈ ਮਾਣ ਸਨਮਾਨ ਨਹੀਂ ਪ੍ਰਾਪਤ ਕੀਤਾ, ਸਿਰਫ ਆਪਣੀ ਤਾਕਤ ਦੇ ਨਾਲ ਆਪਣੇ ਬਜ਼ੁਰਗਾਂ ਦਾ ਨਾਮ ਰੋਸ਼ਨ ਕਰ ਦਿੱਤਾ। ਇੱਕ ਉਹ ਵਿਅਕਤੀ ਨੇ ਜਿਨ੍ਹਾਂ ਨੇ ਆਪ ਇੱਥੇ ਦੁਨੀਆ ਦੇ ਵਿੱਚ ਭਲੇ ਕਾਰਜ ਕੀਤੇ, ਉਹਨਾਂ ਕਾਰਜਾਂ ਦੇ ਨਾਲ ਆਪਣੇ ਬਜ਼ੁਰਗਾਂ ਦਾ ਨਾਮ ਰੋਸ਼ਨ ਹੋ ਗਿਆ। ਉਹਨੂੰ ਵੀ ਉੱਗੀ ਸ਼ਖਸੀਅਤ ਕਿਹਾ ਜਾਂਦਾ ਹੈ, ਵੀ ਵਧੀਆ ਇਨਸਾਨ ਹੈ, ਵਧੀਆ ਜੀਵ ਹੈ। ਹੁਣ ਇੱਕ ਜਿਹੜੇ ਤੀਸਰੇ ਹੋਇਆ ਕਰਦੇ ਨੇ, ਉਹ ਦੋਨਾਂ ਤੋਂ ਵੱਖ ਹੋਇਆ ਕਰਦੇ ਨੇ। ਨਾ ਤਾਂ ਉਹਨਾਂ ਦੇ ਪਿਤਾ ਪੁਰਖੀ ਕੋਈ ਮਾਣ ਸਨਮਾਨ ਮਿਲਿਆ, ਨਾ ਉਹਨੇ ਆਪਣੇ ਆਪ ਹਾਸਲ ਕੀਤਾ। ਉਹਨਾਂ ਦੇ ਗਾਂ ਬੱਚੇ ਆਏ, ਬੱਚਿਆਂ ਨੇ ਇੰਨਾ ਮਾਣ ਸਨਮਾਨ ਪ੍ਰਾਪਤ ਕੀਤਾ, ਫਿਰ ਲੋਕ ਪੁੱਛਣ ਲੱਗ ਪੈਂਦੇ ਨੇ ਵੀ ਇਹ ਕਿਹਨਾਂ ਦੀ ਔਲਾਦ ਹੈ, ਇਹ ਕਿਹਨਾਂ ਦੇ ਬੱਚੇ ਨੇ। ਇੰਨਾ ਮਾਣ ਸਨਮਾਨ, ਇੰਨੇ ਸਤਿਕਾਰਯੋਗ। ਉਹ ਬੱਚਿਆਂ ਦੇ ਕਾਰਨ ਮਾਂ-ਬਾਪ ਨੂੰ ਵੀ ਸਨਮਾਨ ਮਿਲਦਾ ਹੈ। ਤਿੰਨ ਪ੍ਰਕਾਰ ਦੇ ਵਿਅਕਤੀ ਹੋਇਆ ਕਰਦੇ ਨੇ। ਇੱਕ ਉਹ ਜਿਹੜੇ ਬਜ਼ੁਰਗਾਂ ਦੀ ਖਾਤਰ ਮਾਣ ਸਨਮਾਨ ਕਰਦੇ ਨੇ, ਇੱਕ ਉਹ ਜਿਹੜੇ ਆਪ ਇੱਥੇ ਭਲੇ ਕਾਰਜ ਕਰਦੇ ਨੇ, ਮਾਣ ਸਨਮਾਨ ਮਿਲਿਆ, ਤੇ ਇੱਕ ਉਹ ਜਿਨ੍ਹਾਂ ਦੇ ਬੱਚੇ ਕਾਰਜ ਕਰਦੇ ਨੇ ਵਧੀਆ ਕਾਰਜ, ਤੇ ਉਹਨਾਂ ਨੂੰ ਮਾਣ ਸਨਮਾਨ ਮਿਲਦਾ ਹੈ। ਆਪਾਂ ਦੇਖਿਆ ਨਾ, ਕਈ ਜਗ੍ਹਾ ਸਟੇਜ ਦੇ ਉੱਪਰੋਂ ਬੱਚੇ ਦਾ ਸਤਿਕਾਰ ਹੁੰਦਾ ਹੋਵੇ। ਅੱਜ ਕੱਲ੍ਹ ਤਾਂ ਮੀਡੀਆ ਦਾ ਸਮਾਂ ਹੈ, ਸਭ ਕੁਝ ਹੀ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦਿਖ ਪੈਂਦਾ ਹੈ। ਤੇ ਜਦੋਂ ਬੱਚੇ ਦਾ ਮਾਣ ਸਨਮਾਨ ਹੁੰਦਾ ਹੈ ਤੇ ਬੱਚਾ ਕਹਿ ਦਿੰਦਾ, ਨਹੀਂ ਮੇਰੇ ਮਾਂ-ਬਾਪ ਦਾ ਮਾਣ ਸਨਮਾਨ ਕਰੋ, ਇਹਨਾਂ ਦੀ ਬਦੌਲਤ ਮੈਂ ਇੱਥੇ ਆਇਆ ਹਾਂ। ਹੁਣ ਬੱਚਿਆਂ ਦੇ ਕਾਰਨ ਮਾਣ ਸਨਮਾਨ ਪ੍ਰਾਪਤ ਹੋ ਗਿਆ। ਲੇਕਿਨ ਜਦੋਂ ਅਸੀਂ ਆਪਣੇ ਗੁਰਦੇਵ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਤੱਕਦੇ ਹਾਂ, ਧਿਆਨ ਦੇਣਾ, ਜਦੋਂ ਅਸੀਂ ਆਪਣੇ ਗੁਰਦੇਵ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਸ਼ਖਸੀਅਤ ਨੂੰ ਤੱਕਦੇ ਹਾਂ, ਉਹ ਤਿੰਨਾਂ ਤਰ੍ਹਾਂ ਦੇ ਵਿਅਕਤੀਆਂ ਦੇ ਨਾਲੋਂ ਵੱਖ ਨੇ। ਉਹਨਾਂ ਵਿੱਚ ਤਿੰਨਾਂ ਤਰ੍ਹਾਂ ਦੇ ਵਿਅਕਤੀਆਂ ਦੇ ਗੁਣ ਪਹਿਲਾਂ ਹੀ ਭਰੇ ਹੋਏ ਨੇ, ਵੱਖ ਨੇ। ਇੱਕ ਉਹ ਵਿਅਕਤੀ ਜਿਹੜਾ ਆਪਣੇ ਬਜ਼ੁਰਗਾਂ ਕਾਰਨ ਮਾਣ ਸਨਮਾਨ ਪ੍ਰਾਪਤ ਕੀਤਾ, ਇੱਕ ਉਹ ਆਪਣੀ ਬਦੌਲਤ ਮਾਣ ਸਨਮਾਨ ਪ੍ਰਾਪਤ ਕੀਤਾ, ਇੱਕ ਉਹ ਜਿਹੜੇ ਪੁੱਤਰਾਂ ਦੀ ਮਾਣ ਸਨਮਾਨ ਦੇ ਖਾਤਰ ਮਾਣ ਸਨਮਾਨ ਮਿਲ ਰਿਹਾ ਹੈ। ਪਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੱਖ ਨੇ। ਧਿਆਨ ਮਾਰੋ ਕਿਉਂ ਵੱਖ ਨੇ। ਪੜਦਾਦਾ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੇ ਗੁਰੂ ਅਰਜਨ ਦੇਵ ਮਹਾਰਾਜ ਜੀ, ਜਿਨ੍ਹਾਂ ਨੇ ਗੁਰਬਾਣੀ ਦੀ ਰਚਨਾ ਕੀਤੀ, ਤਰਤੀਬਵਾਰ ਬਾਣੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਦਰਜ ਕੀਤੀ, ਔਰ ਉਹਨਾਂ ਨੂੰ ਇਹ ਵੀ ਕਿਹਾ ਜਾਂਦਾ ਹੈ ਵੀ ਉਹ ਸ਼ਹੀਦਾਂ ਦੇ ਸਰਤਾਜ ਨੇ। ਸ਼ਹਾਦਤ ਬੜੀ ਤਕੜੀ ਹੈ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ। ਤੇ ਉਹ ਹੀ ਗੱਲ ਦੇਖੀਏ, ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਆਪਣੇ ਪੜਦਾਦਾ ਦੇ ਵਾਂਗੂ ਇੱਕ ਉੱਘੇ ਕਵੀ ਵੀ ਨੇ। ਆਪ ਵੀ ਉਹਨਾਂ ਨੇ ਬਾਣੀ ਲਿਖੀ, ਕਵਿਤਾਵਾਂ ਵੀ ਲਿਖੀਆਂ, ਰਹਿਤਨਾਮੇ ਵੀ ਦਰਜ ਕਰਵਾਏ। ਉਹਨਾਂ ਦੇ ਦਰਬਾਰ ਦੇ ਵਿੱਚ ਹਮੇਸ਼ਾ 52 ਕਵੀ ਤਾਂ ਗਿਣਤੀ ਹੈ ਨਾ, ਉਹਨਾਂ ਤੋਂ ਵੀ ਜ਼ਿਆਦਾ ਕਵੀ ਰਹਿੰਦੇ ਨੇ, ਕੋਈ ਬਾਹਰੋਂ ਵੀ ਆ ਜਾਂਦੇ ਨੇ। ਉਹਨਾਂ ਦੇ ਦਰਬਾਰ ਦੇ ਵਿੱਚ ਕਵੀ ਆਪ ਵੀ ਉੱਘੇ ਕਵੀ ਨੇ। ਤੇ ਜਦੋਂ ਗੱਲ ਸ਼ਹਾਦਤ ਦੀ ਆਉਂਦੀ ਹੈ ਗੁਰੂ ਪਿਆਰਿਓ, ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵਰਗਾ ਸਾਨੀ ਕੋਈ ਨਹੀਂ। ਕਹਿੰਦੇ ਇਨਸਾਫ ਕਰੇ ਜ਼ਮਾਨਾ ਤੁਝੇ ਯਕੀਨ ਹੈ, ਕਹਿ ਦੇ ਕਿ ਗੋਬਿੰਦ ਕਾ ਕੋਈ ਸਾਨੀ ਹੀ ਨਹੀਂ ਹੈ। ਇੱਕ ਮੁਸਲਮਾਨ ਲੇਖਕ ਦੇ ਸ਼ਬਦ ਨੇ। ਅਸੀਂ ਆਪਣੇ ਆਪ ਨੂੰ ਕਹਿੰਦੇ ਹਾਂ ਅਸੀਂ ਗੁਰਸਿੱਖ ਹਾਂ, ਆਪਣੇ ਗੁਰੂ ਦੀ ਵਡਿਆਈ ਕਰਦੇ ਹਾਂ, ਮੰਨਿਆ ਜਾ ਸਕਦਾ ਸਿੱਖ ਹੋਵੇਗਾ ਗੁਰੂ ਦੀ ਵਡਿਆਈ ਕਰੇਗਾ, ਪਰ ਇੱਕ ਮੁਸਲਮਾਨ ਹੋ ਕਰਕੇ ਗੁਰੂ ਦੀ ਵਡਿਆਈ ਕਰੇ, ਉਹ ਤਾਂ ਗੱਲ ਕੁਝ ਹੋਰ ਹੀ ਬਣਦੀ ਹੈ ਨਾ।
ਵੀ ਸਤਿਗੁਰੂ ਸੱਚੇ ਪਾਤਸ਼ਾਹ जी की शख्सियत नूं ये दुनिया मन गई। इंसाफ करे जमाना तो ये यकीन है, कहते सच्चे माना इंसाफ कर रहे ये जमाना तो ये यकीन है कि गोबिंद का कोई सानी ही नहीं है, गोबिंद वर्गा कोई है ही नहीं इस दुनिया दे विच। शहादत ते गल आउंदी है जदों अपने परदादे ते जांदे ने, अपनी शहादत नहीं, अपने पुत्रां दी शहादत, अपनी मां दी शहादत, अपने पिता दी शहादत, अपने भूआ दे पुत्रां दी शहादत, अपनी शहादत, अपने सिखां दी शहादत, किहड़ियां किहड़ियां गिणतियां करांगे असीं। ते जदों फिर दादे ते गल जांदी है, वो दादे गुरु हरगोबिंद महाराज जी जिहड़े तेग दे बड़े धनी ने, 4 जंगां कीतियां, जे पैंदे खां वर्गे नूं आप पालिया, आप हत्थीं इन्नी ताकत बख्शिश की, उस ताकत की बदौलत पैंदा खां हंकारी हो गया तो सतगुरु गुरु हरगोबिंद महाराज जी का विरोध करन लगा। एक समा आया जंग के मैदान दे विच उस पैंदे खां दियां भी गोडणियां लवा दित्तियां, नाल ये कह दिता तैनूं मक्खणा मलाइयां नाल पालिया सी, तैनूं सारे प्रकार की विद्या दित्ती, शस्त्रां दी, अस्त्रां दी, वस्त्रां दी। अज जदों तू सामने आया तो मेरे कोलों ये वचन रहा नहीं जाता, बाप बाप ही होता है, पिता पिता ही हुंदा है। ते उहनूं भी जंग के मैदान दे विच मार मुकाया। अपने दादे वांगू तलवार दे किरपान दे धनी ने, तेग दे धनी ने गुरुदेव पातशाह धन गुरु गोबिंद सिंह महाराज जी। जे जंग दे मैदान दे विच डटे ने, 14 जंगां सतगुरु सच्चे पातशाह जी ने उस समय दे जालम जावर हुकूमत दे नाल लड़ियां ने, 14 जंगां। और ये गल याद रखियो गुरु प्यारिओ, एक भी जंग की शुरुआत मेरे गुरुदेव धन गुरु गोबिंद सिंह महाराज जी ने आप नहीं की। पहलों जालम लोग चढ़ के आए ने। एक भी जंग की शुरुआत धन गुरु गोबिंद सिंह महाराज जी ने नहीं की। पहाड़ी राजे चढ़ करके आए, मुगल राजे चढ़ करके आए, मुगल नवाब चढ़ करके आए, तकड़े तकड़े उस समय के फौजदार चढ़ करके आए, जबरदस्त खान वर्गे। तो सतगुरु सच्चे पातशाह जी ने उन्होंने जंग के मैदान दे विच अपनी तलवार दे जौहर आप दिखाए ने। मैं पढ़ रहा सी एक दिन, फिर सतगुरु सच्चे पातशाह जी का तीर जिहड़ा सी ना 9 टंक का सी। 9 टंक, एक टंक कहा जाता 25 किलो नूं। 9 टंक गिणती करांगे 225 किलो हो जाता। इन्ना भार तीर दे उपर पै जावे, जदों खिंचिया जावे इन्ने भार दे नाल तीर की करूगा, किन्नी उहदी खिच होगी, कित्थे तक उहदी मार होगी। कहंदे 13-13 मील तक तीर सतगुरु गुरु गोबिंद सिंह महाराज जी का जाया करता सी। 9 टंक का तीर सतगुरु सच्चे पातशाह जी का तीर एक बारी चलता सी ते कई कई जालमां नूं उन्हां दे सीने चीरदा होया पार हो जाया करता सी। एक तीर चलिया होया। किरपान दे भी धनी ने सतगुरु सच्चे पातशाह जी महाराज। ते जे फिर गल आउंदी है पिता ते, गुरु तेग बहादुर महाराज जी जिहड़े अपनी खातर नहीं, अपने पुत्रां दी खातर नहीं, अपने परिवार की खातर नहीं, अपनी कौम की लाज रखण की खातर होरना धर्मां दे लई अपनी कुर्बानी कर गए ते शहादत नूं किंज जित्तिया जांदा है दुनिया दे विच दर्शा गए। ते मेरे धन गुरु गोबिंद सिंह पातशाह जी महाराज अपने वड्डे वडेरिया अपने पिता दे उपर उसी तरह सतगुरु सच्चे पातशाह जी ने जीवन दे विच उसे तरह भरोसा किया और अपना जीवन भी उस तरह का दिखा लिया है। कहते ने ना लोग जो राजे महाराजा दीयां जंगां चलदियां ने ना, ये 3 कारण होया करते हैं। अज भी देखो
ਮੰਨ ਲਈਏ ਆਪਾਂ ਪਾਕਿਸਤਾਨ ਤੇ ਹਿੰਦੁਸਤਾਨ ਲੜਦਾ ਹੈ, ਇਹਨਾਂ ਦੇ 3 ਕਾਰਨ ਹੋਇਆ ਕਰਦੇ ਨੇ, ਔਰ 3 ਕਾਰਨ ਵਿਦਵਾਨਾਂ ਨੇ ਦੱਸੇ ਨੇ, ਜਰ, ਜੋਰੂ ਤੇ ਜ਼ਮੀਨ। ਇੱਕ ਧਨ ਵਾਸਤੇ, ਇੱਕ ਇਸਤਰੀ ਵਾਸਤੇ, ਇੱਕ ਜ਼ਮੀਨ ਵਾਸਤੇ। ਇਹ 3 ਚੀਜ਼ਾਂ ਵਾਸਤੇ ਲੜਾਈਆਂ ਹੋਈਆਂ ਨੇ। ਜੰਗ ਦੇ ਮੈਦਾਨ ਜਦੋਂ ਭਖਦੇ ਨੇ ਨਾ, ਤਾਂ ਸ਼ੁਰੂ ਤੋਂ ਜਾ ਕਰਕੇ ਦੇਖੋ, ਰਾਮਚੰਦਰ ਦੀ ਲੜਾਈ ਰਾਵਣ ਦੇ ਨਾਲ ਹੋਈ ਹੈ ਇੱਕ ਇਸਤਰੀ ਵਾਸਤੇ। ਕੌਰਵਾਂ ਦੇ ਪਾਂਡਵਾਂ ਦੀ ਜੰਗ ਹੋਈ ਹੈ ਜ਼ਮੀਨ ਵਾਸਤੇ। ਬੇਸ਼ੱਕ ਉਹਦੇ ਵਿੱਚ ਇਸਤਰੀ ਵੀ ਇੱਕ ਬਹਾਨਾ ਹੈ, ਪਰ ਗੱਲ ਜ਼ਮੀਨ ਦੀ ਚੱਲੀ ਹੈ ਵੀ ਰਾਜ ਸਾਨੂੰ ਵੀ ਚਾਹੀਦਾ ਹੈ। ਇਸੇ ਪ੍ਰਕਾਰ ਇਸ ਦੁਨੀਆ ਦੇ ਉੱਪਰ ਹੋਰ ਵੀ ਬੇਅੰਤ ਰਾਜੇ ਨੇ ਜਿਨ੍ਹਾਂ ਨੇ ਜੰਗਾਂ ਕੀਤੀਆਂ ਨੇ, ਤੇ ਉਹਨਾਂ ਦੇ ਕਾਰਨ 3 ਰਹੇ ਨੇ। ਪਰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀਆਂ 14 ਜੰਗਾਂ ਇਹਨਾਂ 3 ਕਾਰਨਾਂ ਤੋਂ ਪਰੇ ਨੇ। ਉਹਨਾਂ ਦੇ ਵਿੱਚ ਇੱਕ ਵੀ ਇਹ 3 ਕਾਰਨਾਂ ਦੇ ਵਿੱਚੋਂ ਕਾਰਨ ਨਜ਼ਰ ਨਹੀਂ ਆਉਂਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ 14 ਜੰਗਾਂ ਇਸ ਕਾਰਨ ਕਰ ਦਿੱਤੀਆਂ। ਔਰ ਉਹਨਾਂ ਦੀ ਜੰਗ ਦੇ ਕਾਰਨ ਕੀ ਸੀ? ਜ਼ੁਲਮ ਹੋਣ ਨਹੀਂ ਦੇਣਾ, ਜ਼ੁਲਮ ਸਹਿਣਾ ਨਹੀਂ। ਗੁਰੂ ਤੇਗ ਬਹਾਦਰ ਮਹਾਰਾਜ ਜੀ ਪਾਵਨ ਬਚਨ ਕਰ ਗਏ ਨੇ, ਕਹਿੰਦੇ ਭੈ ਕਾਹੂ ਕੋ ਦੇਤ ਨਹਿ ਭੈ ਮਾਨਤ ਆਨ। ਨਾ ਅਸੀਂ ਕਿਸੇ ਨੂੰ ਡਰ ਦਿੰਦੇ ਹਾਂ, ਨਾ ਅਸੀਂ ਕਿਸੇ ਦਾ ਡਰ ਮੰਨਦੇ ਹਾਂ, ਬਲਕਿ ਇਹ ਜ਼ਰੂਰ ਹੈ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕੁਛ ਖਾਏ। ਜੇ ਇਨਸਾਨ ਜਿਉਂਦਾ ਹੈ, ਉਹਦੀ ਇਸ ਸੰਸਾਰ ਦੇ ਵਿੱਚ ਇੱਜ਼ਤ ਹੀ ਨਾ ਹੋਵੇ, ਬੇਇੱਜ਼ਤੀ ਹੁੰਦੀ ਰਹੇ, ਤੇ ਉਹ ਜਿੰਨਾ ਕੁਝ ਖਾਂਦਾ ਪੀਂਦਾ ਹੈ ਉਹ ਹਰਾਮ ਹੈ। ਉਹਦਾ ਪਹਿਨਿਆ, ਉਹਦਾ ਖਾਧਾ ਹਰਾਮ ਹੈ, ਉਸਦਾ ਜਿਉਣਾ ਵੀ ਹਰਾਮ ਹੈ। ਜਿਹੜਾ ਇਨਸਾਨ ਇਸ ਸੰਸਾਰ ਦੇ ਵਿੱਚ ਆਪਣੀ ਇੱਜ਼ਤ ਨਹੀਂ ਬਚਾ ਸਕਦਾ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਜੇ ਗੱਲ ਪੁੱਤਰਾਂ ਦੀ ਕਰੀਏ ਨਾ, ਬੜੇ ਸਤਿਕਾਰ ਸਹਿਤ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸੁਪੁੱਤਰਾਂ ਦਾ ਨਾਮ ਅਸੀਂ ਪਿਆਰ ਸਹਿਤ ਲੈਂਦੇ ਹਾਂ। 4 ਸਾਹਿਬਜ਼ਾਦੇ ਜੇ ਦੇਖਿਆ ਜਾਵੇ ਨਾ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਵੀ ਸੁਪੁੱਤਰ ਹੋਏ ਨੇ, ਉਹਨਾਂ ਨੂੰ ਕੋਈ ਸਾਹਿਬਜ਼ਾਦੇ ਨਹੀਂ ਕਹਿੰਦਾ। ਜੇ ਦੇਖਿਆ ਜਾਏ, ਗੁਰੂ ਹਰਗੋਬਿੰਦ ਮਹਾਰਾਜ ਜੀ ਦੇ ਬਾਕੀ ਪੁੱਤਰ ਵੀ ਸਨ। ਜੇ ਆਪਾਂ ਕਹਿ ਦਈਏ ਵੀ ਗੁਰਦੇਵ ਪਾਤਸ਼ਾਹ ਜੀ ਤੇਗ ਬਹਾਦਰ ਮਹਾਰਾਜ ਜੀ ਦੇ ਉਹਨਾਂ ਦੇ ਸੁਪੁੱਤਰ ਸਨ, ਗੁਰੂ ਬਣ ਗਏ, ਉਹਨਾਂ ਦੇ ਬਾਕੀ ਪੁੱਤਰ ਵੀ ਸਨ, ਪਰ ਸਾਹਿਬਜ਼ਾਦਾ ਨਹੀਂ ਕਿਹਾ ਜਾਂਦਾ ਕਿਸੇ ਨੂੰ ਵੀ, ਸੁਪੁੱਤਰ ਕਿਹਾ ਜਾਂਦਾ ਹੈ। ਠੀਕ ਹੈ, ਭਲੇ ਪੁੱਤਰ ਸਨ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਜਿਨ੍ਹਾਂ ਨੇ ਆਪਣੀਆਂ ਜਵਾਨੀਆਂ ਵੀ ਨਹੀਂ ਮਾਣੀਆਂ, ਜਵਾਨੀ ਦੇ ਵਿੱਚ ਪੈਰ ਪਾ ਕਰਕੇ ਹਜੇ ਦੁਨੀਆ ਦੇ ਉਹਨਾਂ ਕਰਮਾਂ ਨੂੰ ਵੀ ਤੱਕਿਆ ਨਹੀਂ ਜਿਹੜੇ ਕਰਮ ਇੱਕ ਇਨਸਾਨ ਦੇ ਹੋਇਆ ਕਰਦੇ ਨੇ, ਬਲਕਿ ਉਹਨਾਂ ਕਰਮਾਂ ਤੋਂ ਵੀ ਉੱਪਰਲੇ ਕਰਮ ਕਰਕੇ ਗਏ ਸੰਸਾਰ ਦੇ ਵਿੱਚੋਂ। ਅੱਜ ਉਹਨਾਂ ਦੇ ਨਾਮ ਦੇ ਨਾਲ ਸ਼ਬਦ ਜੁੜਦਾ ਹੈ ਸਾਹਿਬਜ਼ਾਦੇ, ਸਤਿਕਾਰ ਦੇ ਨਾਲ ਨਾਮ ਲਿਆ ਜਾਂਦਾ ਹੈ। ਜਦੋਂ ਨਾ ਸਿੱਖ ਬਣਨਾ ਹੋਵੇ, ਬੜਾ ਔਖਾ ਹੈ। ਮੈਂ ਇੱਕ ਦਿਨ ਸੋਚ ਰਿਹਾ ਸੀ ਬੈਠਾ ਵੀ ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਬੇਨਤੀ ਕਰਦੇ, ਅਰਦਾਸ ਬੇਨਤੀ ਹੁੰਦੀ ਸਾਡੀ। ਅਰਦਾਸ ਦੇ ਵਿੱਚ ਇਹ ਵੀ ਕਹਿੰਦੇ ਆ, ਸਤਿਗੁਰੂ ਸੱਚੇ ਪਾਤਸ਼ਾਹ ਬਖਸ਼ਿਸ਼ ਕਰਿਓ ਸਿੱਖਾਂ ਨੂੰ ਗੁਰਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ। ਕਿ ਇੰਨੀ ਅਰਦਾਸ ਕਰਨ ਦੇ ਨਾਲ ਸਿੱਖੀ ਜਿਹੜੀ ਹੈ ਸਾਡੀ ਨਿਭ ਜਾਂਦੀ ਹੈ ਜਾਂ ਸਾਡੀ ਸਿੱਖੀ ਬਣ ਜਾਂਦੀ ਹੈ, ਅਸੀਂ ਸਿੱਖ ਹੋ ਜਾਂਦੇ ਹਾਂ। ਮੈਂ ਬੈਠਾ ਬੈਠਾ ਸੋਚ ਰਿਹਾ ਸੀ, ਦਿਮਾਗ ਕੰਮ ਨਹੀਂ ਕਰ ਰਿਹਾ ਸੀ ਇੰਨਾ। ਫਿਰ ਧਿਆਨ ਆਇਆ ਵੀ ਗੁਰੂ ਕੇ ਸਿੱਖਾ, ਜਿਹੜੀ ਤੂੰ ਅਰਦਾਸ ਕਰਦਾ ਹੈ ਨਾ, ਅਰਦਾਸ ਗੁਰੂ ਦੇ ਅੱਗੇ ਕੀਤੀ ਜਾਂਦੀ ਹੈ। ਅਰਦਾਸ ਕੁਝ ਲੈਣ ਦੇ ਲਈ, ਕੁਝ ਬੇਨਤੀ ਲਈ, ਜੋਦੜੀ ਲਈ ਕੀਤੀ ਜਾਂਦੀ ਹੈ। ਪਰ ਜੇ ਉਸ ਹੀ ਅਰਦਾਸ ਨੂੰ ਪਿਛਲੇ ਪਾਸਿਓਂ ਪੜ੍ਹਨਾ ਨਹੀਂ, ਜੀਵਨ ਦੇ ਵਿੱਚ ਧਾਰਨ ਕਰਨਾ ਸ਼ੁਰੂ ਕਰ ਦਵੇਂ ਪਿਛਲੇ ਪਾਸਿਓਂ, ਤੇ ਸੱਚੀ ਮੱਚੀ ਤੂੰ ਸਿੱਖ ਬਣ ਜਾਵੇਂਗਾ। ਜੇ ਪਿਛਲੇ ਪਾਸੇ ਸ਼ੁਰੂ ਕਰੇ, ਆਪਾਂ ਪਿਛਲਾ ਹਰ ਆਖਰੀ ਪਹਿਰਾ ਜਿਹੜਾ ਹੋਇਆ ਕਰਦਾ ਨਾ, ਪੜ੍ਹਦੇ ਹਾਂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ, ਜਿਨ੍ਹਾਂ ਗੁਰਧਾਮਾਂ ਗੁਰਦੁਆਰਿਆਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਉਹਨਾਂ ਦੇ ਖੁੱਲੇ ਦਰਸ਼ਨ ਦੀਦਾਰ
सेवा संभाल अपने खालसे जी नूं बख्शिओ। ते जिहड़ा सिख होवेगा ना सच जाणिओ ਉਹਦੇ ਮਨੋਂ ਅੰਦਰੋਂ ਇਹ ਆਵਾਜ਼ ਨਿਕਲੇਗੀ, ਸਤਿਗੁਰੂ ਸੱਚੇ ਪਾਤਸ਼ਾਹ ਇਹਨਾਂ ਗੁਰਧਾਮਾਂ ਦੀ ਸੇਵਾ ਮੈਨੂੰ ਮਿਲਣੀ ਚਾਹੀਦੀ ਹੈ, ਮੈਂ ਕਰਾਂ ਉੱਥੇ ਜਾ ਕਰਕੇ ਸੇਵਾ। ਗੀਤ ਬਣ ਗਏ, ਗੀਤਕਾਰਾਂ ਨੇ ਗੀਤ ਗਾ ਦਿੱਤੇ, ਥੋੜ੍ਹੀ ਸੌਖੀ ਭਾਸ਼ਾ ਦੇ ਵਿੱਚ ਨੇ, ਸਾਨੂੰ ਸਮਝਣੇ ਵੀ ਸੌਖੇ ਹੋ ਜਾਂਦੇ ਨੇ। ਪਰ ਉਹਨਾਂ ਗੀਤਾਂ ਨੂੰ ਸੁਣਦਿਆਂ ਹੋਇਆਂ ਕਈ ਨੌਜਵਾਨ ਜਿਹੜੇ ਨੇ ਨਾ ਬੜੇ ਉਤਾਵਲੇ ਹੋ ਜਾਂਦੇ ਨੇ। ਉਹ ਜਦੋਂ ਸੁਣਦੇ ਆ ਨਾ ਵੀ ਸਤਿਗੁਰੂ ਸੱਚੇ ਪਾਤਸ਼ਾਹ ਤੇਰੇ ਨਨਕਾਣੇ ਦੇ ਦਰਸ਼ਨਾਂ ਦੀ ਲੋੜ ਹੈ, ਦਰਸ਼ਨ ਕਰਨਾ ਚਾਹੁੰਦਾ। ਹੁਣ ਮੈਨੂੰ ਗੀਤ ਦੀਆਂ ਪੰਕਤੀਆਂ ਤਾਂ ਆਉਂਦੀਆਂ ਨਹੀਂ ਭਾਈ, ਨਾ ਕਦੀ ਸੁਣੇ ਨੇ, ਪਰ ਇਹਨਾਂ ਜ਼ਰੂਰ ਹੈ ਵੀ ਟਰੈਕਟਰਾਂ ਤੇ ਵੱਜਦੇ ਦੇਖੇ ਨੇ, ਜਾਂ ਤਾਂ ਉਹ ਸੁਣ ਲੈਂਦੇ ਹਾਂ ਬਈ ਸਾਤੋਂ ਬਾਬਾ ਖੋਹ ਲਿਆ ਤੇਰਾ ਨਨਕਾਣਾ। ਫਿਰ ਉਹ ਉਤਾਵਲੇ ਹੁੰਦੇ ਨੇ ਵੀ ਉਹ ਨਨਕਾਣਾ ਸਾਹਿਬ ਦੇ ਜਾ ਕਰਕੇ ਦਰਸ਼ਨ ਕਰੀਏ। ਜਦੋਂ ਨਨਕਾਣਾ ਸਾਹਿਬ ਵੱਲ ਨੂੰ ਇਸ ਦੇ ਪੈਰ ਚੱਲਦੇ ਨੇ ਨਾ, ਇਸ ਦੇ ਚਰਨ ਚੱਲਦੇ ਨੇ, ਤੇ ਸਮਝ ਲਓ ਇਹ ਗੁਰਸਿੱਖੀ ਵੱਲ ਨੂੰ ਤੁਰ ਪਿਆ ਹੈ, ਅਜੇ ਗੁਰਸਿੱਖੀ ਪ੍ਰਾਪਤ ਨਹੀਂ ਕੀਤੀ, ਤੁਰਿਆ ਆਇਆ ਜੇ। ਫਿਰ ਆਉਂਦਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਅਗਲਾ ਪੈਰਾ, ਪਿਛਲੇ ਪਾਸਿਓਂ ਸ਼ੁਰੂ ਕੀਤੀ ਮੈਂ। ਅਗਲਾ ਪੈਰਾ ਆਉਂਦਾ ਹੈ ਗੁਰਸਿੱਖਾਂ ਦਾ ਮਨ ਨੀਵਾ ਮਤ ਉੱਚੀ। ਜਿੰਨੀ ਦੇਰ ਤੱਕ ਮਨ ਨਹੀਂ ਨੀਵਾ ਉਨੀ ਦੇਰ ਤੱਕ ਦੂਸਰੀ ਪੌੜੀ ਗੁਰਸਿੱਖੀ ਦੀ ਚੜ੍ਹੀ ਨਹੀਂ। ਜਿੰਨੀ ਦੇਰ ਤੱਕ ਇਹ ਬੁੱਧੀ ਉੱਚੀ ਨਹੀਂ, ਉਸ ਨਿਰੰਕਾਰ ਦੇ ਚਰਨਾਂ ਦੇ ਨਾਲ ਜੁੜੀ ਨਹੀਂ, ਉਧਰ ਨੂੰ ਧਿਆਨ ਹੀ ਨਾ ਮਾਰੇ, ਉਨੀ ਦੇਰ ਤੱਕ ਉਹ ਪੌੜੀ ਦੂਸਰੇ ਡੰਡੇ ਤੇ ਚੜ੍ਹਿਆ ਨਹੀਂ। ਆਪਾਂ ਦੇਖਦੇ ਆ ਨਾ, ਚੜ੍ਹਨਾ ਛੱਤ ਤੇ ਹੈ ਤੇ ਪੌੜੀ ਦੇ ਥੱਲੇ ਡੰਡੇ ਤੋਂ ਸ਼ੁਰੂ ਕੀਤਾ ਜਾਂਦਾ ਹੈ, ਪੌੜੀ ਦੇ ਥੱਲੇ ਡੰਡੇ ਤੋਂ। ਜਦੋਂ ਅਸੀਂ ਉਸ ਨੂੰ ਵਾਚਣਾ ਹੁੰਦਾ ਹੈ, ਦੇਖੀ ਦੀ ਛੱਤ ਹੈ, ਉੱਪਰ ਚੜ੍ਹਨਾ ਉੱਪਰ ਹੈ, ਪਰ ਉੱਪਰ ਚੜ੍ਹਨ ਲਈ ਥੱਲਿਓਂ ਚੜ੍ਹਨਾ ਪੈਂਦਾ ਹੈ। ਇਸੇ ਪ੍ਰਕਾਰ ਅਰਦਾਸ ਜਿਹੜੀ ਹੈ ਨਾ ਸਿੱਖ ਬਣਨ ਦੇ ਲਈ ਥੱਲਿਓਂ ਦੇਖਣਾ ਪੈਂਦਾ ਹੈ। ਫਿਰ ਆਉਂਦਾ ਹੈ ਤੀਸਰਾ ਪਹਿਰਾ, ਸਿੱਖਾਂ ਨੂੰ ਗੁਰਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਪਾਵਨ ਪਵਿੱਤਰ ਦਰਸ਼ਨ ਤੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ, ਧਰਮ ਕਾ ਜੈਕਾਰ। ਧਰਮ ਦੇ ਜੈਕਾਰ ਬੁਲਾਉਣੇ ਸ਼ੁਰੂ ਕਰ ਦੇਵੇ, ਦਰਬਾਰ ਸਾਹਿਬ ਦੇ ਦਰਸ਼ਨ ਇਸ਼ਨਾਨ ਕਰੇ, ਵਿਵੇਕ ਬੁੱਧੀ ਮਿਲਣ ਲੱਗ ਪਵੇ, ਗੁਰਸਿੱਖੀ ਦੀ ਦਾਤ ਪ੍ਰਾਪਤ ਹੋ ਜਾਵੇ, ਕੇਸ ਆਪਣੇ ਸਰੀਰ ਦੇ ਉੱਪਰ ਧਾਰਨ ਕਰਨੇ ਸ਼ੁਰੂ ਕਰ ਦੇਵੇ, ਨਾਮ ਦੀ ਦਾਤ ਗੁਰੂ ਤੋਂ ਪ੍ਰਾਪਤ ਕਰੇ। ਤੇ ਇਹ ਸਭ ਕੁਝ ਕਰਦਿਆਂ ਹੋਇਆਂ ਤੀਸਰਾ ਪੌਡਾ ਹੀ ਲੈਂਦਾ। ਅਜੇ ਨਾਮ ਦੀ ਦਾਤ ਮਿਲ ਗਈ, ਤੀਸਰਾ ਹੀ ਪੌਡਾ ਹੈ। ਅਗਲਾ ਪੌਡਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਆਪ ਜੀ ਦੇ ਚਰਨਾਂ ਦੇ ਵਿੱਚ ਸਰਬੱਤ ਖਾਲਸੇ ਜੀ ਕੀ ਅਰਦਾਸ ਹੈ। ਸਰਬੱਤ ਖਾਲਸੇ ਜੀ ਕੋ ਵਾਹਿਗੁਰੂ 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 ਚੇਤੇ ਆਵੇ। ਹਮੇਸ਼ਾ ਉਸ ਪਰਮੇਸ਼ਰ ਦਾ ਨਾਮ ਹੀ ਚੇਤੇ ਰਹੇ ਨਾ। ਹਮੇਸ਼ਾ ਗੁਰਸਿੱਖੀ ਨੂੰ ਧਾਰਨ ਕਰ ਲਿਆ ਤੇ ਫਿਰ ਗੁਰਸਿੱਖ ਹੁੰਦਾ ਹੋਇਆ ਉਸ ਪਰਮੇਸ਼ਰ ਦੇ ਨਾਮ ਨੂੰ ਜਾਣੇ। ਮੈਂ ਜਦੋਂ ਆਣ ਕਰਕੇ ਬੈਠਾ ਨਾ, ਮੇਰੇ ਨਾਲ ਮੇਰੇ ਵੀਰ ਜੀ ਸਨ ਇੱਥੋਂ ਤੁਹਾਡੇ ਨਗਰ ਤੋਂ ਹੀ ਨੇ, ਮੇਰੇ ਕੰਨ ਦੇ ਵਿੱਚ ਆਣ ਕਰਕੇ ਕਹਿੰਦੇ ਵੀ ਸਾਹਿਬਜ਼ਾਦਿਆਂ ਦੀ ਗੱਲ ਜ਼ਰੂਰ ਸੁਣਾਇਓ। ਮੈਂ ਕਿਹਾ ਸੁਣਾਂਗੇ ਵੀ ਤੇ ਸੁਣਾਵਾਂਗੇ ਵੀ, ਕਿਉਂਕਿ ਸਾਹਿਬਜ਼ਾਦਿਆਂ ਦੀ ਉਹਨਾਂ ਕੁਰਬਾਨੀਆਂ ਦੇ ਦਿਹਾੜੇ ਚੱਲ ਰਹੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸਾਹਿਬਜ਼ਾਦਿਆਂ ਨੇ ਸਭ ਕੁਝ ਹੀ ਪ੍ਰਾਪਤ ਕੀਤਾ ਹੈ, ਸਭ ਕੁਝ। ਕੁਝ ਪਿਤਾ ਪੁਰਖਾਂ ਪਾਸੋਂ ਮਿਲਿਆ ਤੇ ਕੁਝ ਦਾਦੀ ਪਾਸੋਂ ਮਿਲਿਆ। ਸਰਬੱਤ ਖਾਲਸੇ ਕੀ ਅਰਦਾਸ ਦੇ ਵਿੱਚ ਉਹ ਸ਼ਾਮਲ ਹੁੰਦੇ ਰਹੇ ਨੇ। ਪੰਜਾਂ ਤਖਤਾਂ ਦੇ ਦਰਸ਼ਨ ਇਸ਼ਨਾਨ, ਫਿਰ ਉਹਨਾਂ ਦੀਆਂ ਕੁਰਬਾਨੀਆਂ ਯਾਦ ਕੀਤੀਆਂ ਜਾਂਦੀਆਂ ਨੇ। ਉਹ ਜਿਹੜੇ ਸਿੰਘ ਕੁਰਬਾਨ ਹੋ ਗਏ, ਚਰਖੜੀਆਂ ਤੇ ਚੜ੍ਹੇ ਨੇ, ਆਰਿਆਂ ਨਾਲ ਤਨ ਚਰਵਾ ਦਿੱਤੇ, ਟੋਟੇ ਕਰਵਾ ਲਏ, ਮਾਵਾਂ ਨੇ ਆਪਣੇ ਬੱਚਿਆਂ ਦੇ ਗਲਾਂ ਦੇ ਵਿੱਚ ਹਾਰ ਪਵਾ ਲਏ। ਕੋਈ ਸੌਖੀ ਸਿੱਖੀ ਨਹੀਂ ਨਿਭਦੀ ਗੁਰੂ ਪਿਆਰਿਓ, ਸਿੱਖੀ ਕੋਈ ਸੌਖੀ ਮਿਲਦੀ ਵੀ ਨਹੀਂ। ਸਿੱਖੀ ਬੜੀ ਔਖੀ ਹੈ, ਪਰ ਜੇ ਇਨਸਾਨ ਗੁਰੂ ਦੇ ਕਹੇ ਹੋਏ ਮਾਰਗ ਤੇ ਚੱਲ ਜਾਵੇ, ਉਸ ਮਾਰਗ ਤੇ ਚੱਲਣ ਲੱਗ ਪਵੇ, ਸਿੱਖੀ ਨੂੰ ਪ੍ਰਾਪਤ ਕਰ ਲਵੇ, ਸੱਚ ਜਾਣਿਓ ਉਹ ਗੁਰੂ ਦਾ ਸਿੱਖ ਹੁੰਦਾ ਹੋਇਆ ਗੁਰੂ ਦੇ ਵਚਨਾਂ ਨੂੰ ਕਮਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਉਹਨਾਂ ਸਾਹਿਬਜ਼ਾਦਿਆਂ ਦੇ ਵਾਂਗੂ ਆਪਣਾ ਜੀਵਨ ਬਤੀਤ ਕਰਨ ਲੱਗ ਪਵੇ, ਜਿਹੜੇ ਸਾਹਿਬਜ਼ਾਦੇ ਇਸ ਸਮੇਂ ਦੌਰਾਨ ਸ਼ਹੀਦ ਹੋਏ ਸਨ।
ਤੇ ਫਿਰ ਗੁਰੂ ਦਾ ਪਿਆਰਾ ਬਣ ਸਕਦਾ ਹੈ। ਪ੍ਰੇਮ ਕਹਿ ਦੇਣਾ ਵੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਾਣੀ ਅਸੀਂ ਪੜ੍ਹਦੇ ਹਾਂ, ਸਾਚ ਕਹੋ ਸੁਨ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਅਸੀਂ ਤਾਂ ਪ੍ਰੇਮ ਕਰਦੇ ਸਾਰੇ ਗੁਰਸਿੱਖਾਂ ਦੇ ਨਾਲ, ਗੁਰੂ ਕੇ ਵਚਨਾਂ ਦੇ ਨਾਲ, ਪਰ ਕਮਾਇਆ ਕੋਈ ਨਹੀਂ। ਪ੍ਰੇਮ ਕਰਨਾ ਤਾਂ ਅਲੱਗ ਗੱਲ ਹੈ, ਕਮਾਉਣਾ ਅਲੱਗ ਗੱਲ ਹੈ। ਉਹਨਾਂ ਵਚਨਾਂ ਨੂੰ ਆਪਣੇ ਜੀਵਨ ਦੇ ਵਿੱਚ ਵੀ ਕਮਾਣਾ, ਉਹਨਾਂ ਨੂੰ ਕਮਾਇਆ ਉਹਨਾਂ ਮਾਵਾਂ ਨੇ ਜਿਨ੍ਹਾਂ ਨੇ ਆਪਣੇ ਗਲਾਂ ਦੇ ਵਿੱਚ ਛੋਟੇ ਛੋਟੇ ਬੱਚਿਆਂ ਦੇ ਹਾਰ ਪਵਾਏ, ਤੇ ਜਦੋਂ ਉਹਨਾਂ ਨੂੰ ਸੂਲੀ ਦੇ ਉੱਪਰ ਟੰਗਿਆ ਜਾਂਦਾ ਸੀ ਨਾ, ਜਲਾਦ ਚੁੱਕ ਕਰਕੇ ਉਤਾਂਹ ਨੂੰ ਮਾਰਦਾ ਸੀ ਛੋਟੇ ਬੱਚੇ ਨੂੰ ਜਿਹੜਾ ਗੋਦੀ ਦੇ ਵਿੱਚ ਖੇਡ ਰਿਹਾ, ਜਦੋਂ ਉੱਪਰੋਂ ਵਾਪਸ ਆਉਂਦਾ ਸੀ ਤਾਂ ਥੱਲੇ ਵਰਸ਼ਾ ਕਰ ਦਿੱਤਾ ਜਾਂਦਾ ਸੀ, ਉਹ ਵਰਸ਼ੇ ਦੇ ਵਿੱਚ ਪਰੋਇਆ ਜਾਂਦਾ ਸੀ। ਤੇ ਮਾਂ ਫਿਰ ਕਹਿੰਦੀ ਸੀ, ਕਹਿੰਦੀ ਅਕਾਲ ਪੁਰਖ ਪ੍ਰਮਾਤਮਾ ਤੇਰਾ ਸ਼ੁਕਰ ਹੈ, ਇਹਦੀ ਸਿੱਖੀ ਕੇਸਾਂ ਸਵਾਸਾਂ ਸੰਗ ਨਿਭ ਗਈ। ਕਿਉਂਕਿ ਇਸੇ ਪਹਿਰੇ ਦੇ ਵਿੱਚ ਆਉਂਦਾ ਹੈ, ਜਿਨ੍ਹਾਂ ਨੇ ਕੇਸਾਂ ਸਵਾਸਾਂ ਸੰਗ ਸਿੱਖੀ ਨੂੰ ਨਿਭਾਇਆ, ਗੁਰਦੁਆਰੇ ਤੇ ਸੁਧਾਰਿਤ ਕੁਰਬਾਨੀਆਂ ਦਿੱਤੀਆਂ। ਤੇਰੇ ਇਹਨਾਂ ਬੱਚਿਆਂ ਦੀ ਕੇਸਾਂ ਸਵਾਸਾਂ ਸੰਗ ਸਿੱਖੀ ਨਿਭ ਗਈ। ਮਤ ਜਾਣੀ ਸਤਿਗੁਰੂ ਸੱਚੇ ਪਾਤਸ਼ਾਹ, ਜੇ ਜਵਾਨ ਵੀ ਹੋ ਜਾਂਦਾ, ਮਾਂ ਬਾਪ ਨੂੰ ਆਪਣੇ ਸਾਰੇ ਪ੍ਰਕਾਰ ਦੇ ਸੁੱਖ ਵੀ ਦੇ ਦਿੰਦਾ, ਜੇ ਸਿੱਖੀ ਨਾ ਨਿਭਦੀ ਤੇ ਸਾਡਾ ਵੀ ਇਸ ਸੰਸਾਰ ਦੇ ਵਿੱਚ ਜਿਉਣਾ ਕੁਝ ਨਹੀਂ ਸੀ। ਤੇ ਉਸ ਤੋਂ ਬਾਅਦ ਅਗਲਾ ਪਹਿਰਾ ਜਿਹੜਾ ਹੈ ਨਾ, ਉਹ ਆਉਂਦਾ ਹੈ ਉਹਨਾਂ ਪੰਜਾਂ ਪਿਆਰਿਆਂ ਨੂੰ ਯਾਦ ਕਰਦਿਆਂ ਹੋਇਆਂ, ਜਿਨ੍ਹਾਂ ਦੇ ਵਿੱਚੋਂ ਤਿੰਨ ਪਿਆਰੇ ਚਮਕੌਰ ਦੀ ਗੜੀ ਦੇ ਅੰਦਰੋਂ ਜੰਗ ਕਰਦਿਆਂ ਹੋਇਆਂ ਚਮਕੌਰ ਦੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਨੇ। ਪਹਿਲਾਂ ਆਉਂਦਾ ਹੈ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਫਿਰ ਉਹ ਚਾਰ ਸਾਹਿਬਜ਼ਾਦੇ ਜਿਹੜੇ ਦੋ ਚਮਕੌਰ ਦੀ ਗੜੀ ਦੇ ਵਿੱਚ ਤੇ ਦੋ ਸਰਹੰਦ ਦੀ, ਉਹਨਾਂ ਦੀਵਾਰਾਂ ਦੇ ਵਿੱਚ ਚਿਣਵਾ ਕਰਕੇ ਆਪਣੇ ਆਪ ਨੂੰ ਸ਼ਹੀਦੀਆਂ ਪ੍ਰਾਪਤ ਕੀਤੀਆਂ ਨੇ। ਉਹਨਾਂ ਦੀ ਬਦੌਲਤ ਅੱਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ, ਪਿਤਾ ਵੀ ਮਹਾਨ ਹੈ, ਪੁੱਤਰ ਵੀ ਮਹਾਨ ਹੈ। ਗੁਰੂ ਗੋਬਿੰਦ ਸਿੰਘ ਜੀ ਦੀ ਗੱਲ ਕਰ ਰਹੇ ਆ। ਗੁਰੂ ਗੋਬਿੰਦ ਸਿੰਘ ਇੱਕ ਪਿਤਾ ਮਹਾਨ ਪਿਤਾ ਹੈ, ਗੁਰੂ ਗੋਬਿੰਦ ਸਿੰਘ ਇੱਕ ਪੁੱਤਰ ਮਹਾਨ ਪੁੱਤਰ ਹੈ, ਗੁਰੂ ਗੋਬਿੰਦ ਸਿੰਘ ਇੱਕ ਪੋਤਰਾ ਮਹਾਨ ਪੋਤਰਾ ਹੈ, ਗੁਰੂ ਗੋਬਿੰਦ ਸਿੰਘ ਇੱਕ ਮਹਾਨ ਪੜਬੋਤਰਾ ਵੀ ਹੈ। ਕਿੰਨੇ ਕੁ ਗੁਣ ਗਣੋਗੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਵਿੱਚ। ਸਰਸਾ ਨਦੀ ਦੇ ਉੱਪਰ ਪਰਿਵਾਰ ਵਿਛੜ ਗਿਆ। ਇੱਕ ਕਈ ਕੁ ਸਾਲਾਂ ਤੋਂ ਨਾ ਗੁਰਸਿੱਖਾਂ ਨੇ ਅਨੰਦਪੁਰ ਸਾਹਿਬ ਤੋਂ ਇੱਕ ਨਗਰ ਕੀਰਤਨ ਆਰੰਭ ਕੀਤਾ ਹੋਇਆ ਹੈ। ਕੋਈ 20-25 ਸਾਲ ਹੋ ਗਏ। 6 ਪੋਹ ਨੂੰ ਉਹ ਨਗਰ ਕੀਰਤਨ 6 ਪੋਹ ਦੀ ਰਾਤ ਨੂੰ ਅਨੰਦਪੁਰ ਸਾਹਿਬ ਤੋਂ ਅੰਮ੍ਰਿਤ ਵੇਲੇ ਚੱਲਦਾ ਹੈ। ਉਹ ਬਾਬਾ ਜੋਰਾ ਸਿੰਘ ਹੋਇਆ ਕਰਦੇ ਸਨ, ਇੱਕ ਹੁਣ ਤਾਂ ਚੜ੍ਹਾਈ ਕਰ ਗਿਆ, ਉਹਨਾਂ ਨੇ ਸ਼ੁਰੂ ਕੀਤਾ ਸੀ ਗਾਂ, ਹੁਣ ਉਹਨਾਂ ਦੇ ਪੁੱਤਰ ਵੀ ਲੈ ਕਰਕੇ ਜਾਂਦੇ ਨੇ ਨਗਰ ਕੀਰਤਨ ਨੂੰ। ਉਹ ਨਗਰ ਕੀਰਤਨ ਦਰਸਾ ਰਿਹਾ ਹੁੰਦਾ ਹੈ ਵੀ ਅੱਜ 6 ਪੋਹ ਆ ਗਿਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਅੱਜ ਦੇ ਦਿਨ, ਅੱਜ ਦੀ ਰਾਤ ਅਨੰਦਪੁਰ ਸਾਹਿਬ ਨੂੰ ਕਿਵੇਂ ਛੱਡਦੇ ਨੇ। ਮੈਂ ਕੁਦਰਤੀ ਦੇਖ ਰਿਹਾ ਸੀ, ਮੀਡੀਆ ਦਾ ਸਮਾਂ, ਸੋਸ਼ਲ ਮੀਡੀਆ ਦੇ ਉੱਪਰ ਸਭ ਕੁਝ ਹੀ ਸਾਡੇ ਸਾਹਮਣੇ ਆ ਜਾਂਦਾ ਹੈ। ਇੱਕ ਜਗ੍ਹਾ ਕੀ ਦੇਖਿਆ, ਸਰਸਾ ਨਦੀ ਦਾ ਕਿਨਾਰਾ, ਪਾਣੀ ਥੋੜਾ ਜਿਹਾ ਵਗ ਰਿਹਾ ਉਹਦੇ ਵਿੱਚ। ਹੁਣ ਵੀ ਪਹਾੜ ਦੇ ਵਿੱਚੋਂ ਥੋੜਾ ਥੋੜਾ ਪਾਣੀ ਵਗਦਾ ਰਹਿੰਦਾ ਹੈ, ਪਰ ਜਿਵੇਂ ਉਸ ਸਮੇਂ 1704 ਈਸਵੀ ਨੂੰ ਜਿਵੇਂ ਸਰਸਾ ਚੜ੍ਹੀ ਸੀ, ਮੁੜ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਇਹੋ ਜੀ ਉਹਦੇ ਤੇ ਰਹਿਮਤ ਕਰ ਦਿੱਤੀ, ਜਾਂ ਕਹਿ ਦਈਏ ਜਾਂ ਬਖਸ਼ਿਸ਼ ਕਰ ਦਈ ਕਹਿ ਦਈਏ, ਜਾਂ ਸ਼ਰਾਫ ਦੇ ਦਿੱਤਾ ਕਹਿ ਦਈਏ, ਵੀ ਅੱਜ ਤੱਕ ਉੱਦਾਂ ਦੀ ਸਰਸਾ ਚੜ੍ਹੀ ਕੋਈ ਨਹੀਂ। ਅੱਜ ਤੱਕ ਸਰਸਾ ਦੇ ਵਿੱਚ ਉੱਦਾਂ ਦਾ ਪਾਣੀ ਆਇਆ ਕੋਈ ਨਹੀਂ। ਅੱਜ ਤੱਕ ਉਹਨਾਂ ਹੜ੍ਹ ਆਇਆ ਕੋਈ ਨਹੀਂ ਜਿਹੜਾ 1704 ਈਸਵੀ ਨੂੰ ਆਇਆ ਸੀ। ਤੇ ਉਹ ਨਗਰ ਕੀਰਤਨ ਲੈ ਕਰਕੇ ਨਾ ਚੱਲਦੇ ਨੇ। ਫਿਰ ਜਿਵੇਂ ਜਿਵੇਂ ਪੜਾਅ ਨੇ ਨਾ, ਉਵੇਂ ਉਵੇਂ ਉਹ ਪੜਾਅ ਦੇ ਉੱਪਰ ਜਾ ਕਰਕੇ ਰੁਕਦੇ ਨੇ। ਸਰਸਾ ਨਦੀ ਦੇ ਵਿੱਚੋਂ ਨਿਕਲ ਰਿਹਾ ਸੀ ਨਗਰ ਕੀਰਤਨ,
ਅੱਧੇ ਅੱਧੇ ਟਰੈਕਟਰ ਪਾਣੀ ਦੇ ਵਿੱਚ ਲੁੱਗ ਗਏ। ਅੱਗੇ ਪਹਿਲੋਂ ਗੱਡਿਆਂ ਦੇ ਉੱਪਰੋਂ ਨਗਰ ਕੀਰਤਨ ਜਾਇਆ ਕਰਦਾ ਸੀ, ਉਹਦੇ ਵਿੱਚ ਊਠ ਘੋੜੇ ਹਾਥੀ ਵੀ ਹੋਇਆ ਕਰਦੇ ਸਨ। ਹੁਣ ਕੋਈ ਅਸੀਂ ਥੋੜ੍ਹਾ ਜਿਹਾ ਸਮੇਂ ਦੇ ਨਾਲ ਨਾਲ ਨਾ ਥੋੜ੍ਹਾ ਜਿਹਾ ਸਾਡੇ ਵਿੱਚ ਵੀ ਬਦਲਾਅ ਆ ਗਿਆ, ਅਸੀਂ ਟਰੈਕਟਰ ਸ਼ੁਰੂ ਕਰ ਦਿੱਤੇ। ਪਰ ਕੁਝ ਇੰਨੀਆਂ ਪ੍ਰੇਮ ਵਾਲੀਆਂ ਸੰਗਤਾਂ, ਠੰਡ ਦੇ ਅੱਤ ਦੇ ਠੰਡ ਹੈ, ਰਜਾਈ ਦੇ ਵਿੱਚੋਂ ਪੈਰ ਕੱਢਣਾ ਬੜਾ ਮੁਸ਼ਕਲ ਹੈ। ਰਾਤ ਦਾ ਸਮਾਂ ਹੋਵੇ, ਪੈਰ ਨੰਗੇ ਨੇ, ਪਾਣੀ ਠੰਡਾ ਸਰਸਾ ਨਦੀ ਦਾ, ਸਰਸਾ ਨਦੀ ਦੇ ਵਿੱਚੋਂ ਪਾਰ ਕਰਦੇ ਹੋਏ ਉਹ ਗੁਰਮੁਖ ਪਿਆਰੇ ਮੈਂ ਆਪ ਆਪਣੀ ਅੱਖੀਂ ਤੱਕੇ ਨੇ। ਅੱਜ ਆ ਰਿਹਾ ਸੋਸ਼ਲ ਮੀਡੀਆ ਦੇ ਉੱਪਰ ਵੀ ਉਹ ਮਹਿਸੂਸ ਕਰਦੇ ਨੇ ਵੀ ਜਿਸ ਸਮੇਂ ਮੇਰੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਇਸ ਸਰਸਾ ਨਦੀ ਤੇ ਵਿਛੜਿਆ ਹੋਵੇਗਾ, ਉਦੋਂ ਕਿੰਨਾ ਕੁ ਦੁੱਖ, ਕਿੰਨਾ ਕੁ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਉੱਪਰ ਕਹਿਰ ਆਇਆ ਹੋਵੇਗਾ, ਕਿਹੋ ਜਿਹੀ ਹਾਲਤ ਹੋਈ ਹੋਵੇਗੀ, ਆਪਣੇ ਸਰੀਰਾਂ ਤੇ ਉਹ ਲੋਕ ਮਹਿਸੂਸ ਕਰਦੇ ਨੇ। ਸਰਸਾ ਨਦੀ ਪਰਿਵਾਰ 3 ਹਿੱਸਿਆਂ ਵਿੱਚ ਵੰਡਿਆ ਗਿਆ। ਆਪਾਂ ਅੱਜ ਇੱਕ ਹਿੱਸੇ ਦੀ ਥੋੜ੍ਹੀ ਜਿਹੀ ਗੱਲ ਕਰਨੀ ਹੈ। ਮਾਤਾ ਗੁਜਰੀ ਜੀ ਜਿਹੜੇ ਛੋਟੇ ਸਾਹਿਬਜ਼ਾਦਿਆਂ ਨੂੰ ਬੜਾ ਪਿਆਰ ਕਰਿਆ ਕਰਦੇ ਸਨ, ਕਿਉਂਕਿ ਉਹਨਾਂ ਦੇ ਮਾਤਾ ਜੀਤੋ ਜੀ ਚੜ੍ਹਾਈ ਕਰ ਚੁੱਕੇ ਸਨ। ਜਦੋਂ ਅਜੇ ਛੋਟੇ ਹੀ ਸਨ ਤੇ ਮਾਤਾ ਜੀਤੋ ਜੀ ਚੜ੍ਹਾਈ ਕਰਨ ਦੇ ਕਾਰਨ ਦਾਦੀ ਦੇ ਉੱਪਰ ਜ਼ਿੰਮੇਵਾਰੀ ਆ ਗਈ। ਦਾਦੀ ਨੇ ਆਪਣੇ ਕੋਲੋਂ ਕਦੀ ਵੀ ਉਹਨਾਂ ਦੋਨਾਂ ਪੁੱਤਰਾਂ ਨੂੰ ਦੂਰ ਨਹੀਂ ਕੀਤਾ, ਪਰ ਇਹੋ ਜਿਹਾ ਪ੍ਰੇਮ ਦਿਖਾਇਆ ਵੀ ਇਸ ਸੰਸਾਰ ਤੋਂ ਵੀ ਉਹ ਦਾਦੀ ਪੋਤੇ ਇਕੱਠੇ ਗਏ ਨੇ। ਆਪਣੀਆਂ ਅੱਖਾਂ ਤੋਂ ਓਹਲੇ ਨਹੀਂ ਸੀ ਕਰਿਆ ਕਰਦੇ, ਖਾਸ ਕਰਕੇ ਉਹਨਾਂ ਦੋਨੋਂ ਸਾਹਿਬਜ਼ਾਦਿਆਂ ਨੂੰ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ। ਜਦੋਂ ਅਨੰਦਪੁਰ ਸਾਹਿਬ ਛੱਡਣ ਲੱਗੇ ਸਨ ਨਾ, ਮਾਤਾ ਗੁਜਰੀ ਜੀ ਉਸ ਅਨੰਦਪੁਰ ਸਾਹਿਬ ਦੀਆਂ ਗਲੀਆਂ ਨੂੰ ਵੀ ਤੱਕਦੇ ਸਨ। 5 ਪੋਹ ਵਾਲੇ ਦਿਨ ਨਾ ਦੇਖੋ ਛੱਡਣਾ ਬੜਾ ਮੁਸ਼ਕਲ ਹੋਇਆ ਕਰਦਾ ਹੈ। ਇੱਕ ਘਰ ਆਪਣਾ ਵਸਾਇਆ ਹੋਵੇ ਉਹ ਛੱਡਣਾ ਬੜਾ ਮੁਸ਼ਕਲ ਹੈ। ਜਿਹੜਾ ਨਗਰ ਹੀ ਅਸੀਂ ਵਸਾਇਆ ਉਹਨੂੰ ਛੱਡਣਾ ਬੜਾ ਮੁਸ਼ਕਲ ਹੈ। ਜਿਹੜਾ ਸ਼ਹਿਰ ਹੀ ਅਸੀਂ ਵਸਾਇਆ ਹੋਵੇ। 5 ਪੋਹ ਵਾਲੇ ਦਿਨ ਕਹਿੰਦੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬਿਨਾਂ ਦੱਸੇ ਕਿਸੇ ਨੂੰ ਨਾ ਅਨੰਦਪੁਰ ਸਾਹਿਬ ਦੀਆਂ ਗਲੀਆਂ ਦੇ ਵਿੱਚ ਗੇੜੇ ਕੱਢਦੇ ਪਏ ਨੇ। ਪਰ ਗੇੜੇ ਕੱਢਣ ਦਾ ਕੰਮ ਕਾਰਨ ਕੀ ਸੀ? ਬਈ ਇਹ ਆਨੰਦਪੁਰੀਏ ਕੱਲ੍ਹ ਨੂੰ ਅਸੀਂ ਚਲੇ ਜਾਣਾ ਹੈ, ਮੁੜ ਦੁਬਾਰਾ ਤੇਰੀ ਇਸ ਧਰਤੀ ਦੇ ਉੱਪਰ ਚਰਨ ਵੀ ਨਹੀਂ ਪਾਉਣੇ। ਦੇਖੋ ਜਾਣੀ ਜਾਣ ਨੇ ਮੇਰੇ ਪਾਤਸ਼ਾਹ, ਪਤਾ ਹੈ ਵੀ ਇਸ ਅਨੰਦਪੁਰ ਸਾਹਿਬ ਤੋਂ ਅੱਜ ਚਲੇ ਗਿਆ, ਵਾਪਸ ਇੱਥੇ ਨਹੀਂ ਆਉਣਾ। ਅੱਜ ਇਹਨਾਂ ਨੇਤਰਾਂ ਦੇ ਨਾਲ ਤੱਕ ਤਾਂ ਲਈਏ ਵੀ ਕਿਹੋ ਜਿਹੀਆਂ ਗਲੀਆਂ ਨੇ ਸਾਡੇ ਨਗਰ ਦੀਆਂ, ਸਾਡੇ ਸ਼ਹਿਰ ਦੀਆਂ। ਤੇ ਜਿਸ ਦਿਨ ਚਾਲੇ ਪਾਉਣੇ ਸਨ ਉਸ ਦਿਨ ਮਾਤਾ ਗੁਜਰੀ ਜੀ ਵੀ ਇੰਝ ਹੀ ਉਸ ਅਨੰਦਪੁਰ ਸਾਹਿਬ ਨੂੰ ਤੱਕਦੇ ਪਿੱਛੇ ਰਹਿ ਗਏ। ਭਾਈ ਉਦੈ ਸਿੰਘ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮਾਤਾ ਗੁਜਰੀ ਜੀ ਦੀ ਸੇਵਾ ਦੇ ਵਿੱਚ ਲਾਇਆ ਹੋਇਆ ਸੀ ਵੀ ਤੁਸੀਂ ਇਹਨਾਂ ਨੂੰ ਨਾਲ ਲੈ ਕਰਕੇ ਆਉਣਾ ਹੈ। ਟਿੱਡੀ ਦਲ ਪਿੱਛੋਂ ਚੜ੍ਹ ਗਿਆ। ਭਾਈ ਉਦੈ ਸਿੰਘ ਜੀ ਜੰਗ ਕਰਦਿਆਂ ਹੋਇਆਂ ਸ਼ਹੀਦੀ ਪਾ ਗਏ। ਮਾਤਾ ਗੁਜਰੀ ਜੀ ਨੂੰ ਉਹਨਾਂ ਨੇ ਅੱਗੇ ਤੋਰ ਦਿੱਤਾ। ਸਾਹਿਬਜ਼ਾਦੇ ਨਾਲ ਨੇ, ਸਰਸਾ ਤੇ ਆਏ ਨੇ। ਅੱਤ ਦਾ ਮੀਂਹ ਪੈ ਰਿਹਾ, ਸਰਸਾ ਚੜ੍ਹੀ ਹੋਈ ਹੈ। ਸਰਸਾ ਦੇ ਵਿੱਚ ਕਈ ਗ੍ਰੰਥ ਰੁੜ ਗਏ, ਕਈ ਸਿੱਖ ਵਿਛੜ ਗਏ। ਪਿੱਛੋਂ ਟਿੱਡੀ ਦਲ ਹਮਲਾ ਕਰ ਰਿਹਾ ਹੈ, ਉੱਪਰੋਂ ਅਸਮਾਨ ਹਮਲਾ ਕਰ ਰਿਹਾ ਹੈ, ਉੱਪਰੋਂ ਕਹਿਰ ਵਰਪ ਰਿਹਾ ਹੈ। ਤੇ ਕਹਿੰਦੇ ਉੱਥੇ ਵਿਛੋੜੇ ਹੋ ਗਏ। 3 ਹਿੱਸਿਆਂ ਦੇ ਵਿੱਚ ਪਰਿਵਾਰ ਵੰਡਿਆ ਗਿਆ। ਇੱਕ ਹਿੱਸਾ ਜੋ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪ ਭਾਈ ਮਨੀ ਸਿੰਘ ਜੀ ਦੇ ਨਾਲ ਮਾਤਾ ਸੁੰਦਰ ਕੌਰ ਜੀ ਤੇ ਮਾਤਾ ਸਾਹਿਬ ਕੌਰ ਜੀ ਨੂੰ ਦਿੱਲੀ ਵੱਲੋਂ ਭੇਜ ਦਿੱਤਾ ਆਪ। ਬਾਕੀ ਉਹਨਾਂ ਨੇ ਸੋਚਿਆ ਵੀ ਸਾਡੇ ਨਾਲ ਨੇ, ਸਿੰਘ ਵੀ ਨੇ, ਮਾਤਾ ਜੀ ਵੀ ਪਿੱਛੇ ਆ ਰਹੇ ਨੇ। ਪਰ ਹਨੇਰੀ ਬੋਲੀ ਰਾਤ ਦੇ ਅੰਦਰ ਮਾਤਾ ਜੀ ਆਪਣੇ ਪੁੱਤਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਾਲੋਂ ਵਿਛੜ ਗਏ। 2 ਸਾਹਿਬਜ਼ਾਦੇ ਨਾਲ ਨੇ ਤੇ ਅੱਜ ਵਿਛੜ ਕਰਕੇ ਹੌਲੀ ਹੌਲੀ ਕੁੰਮੇ ਮਸ਼ਕੀ ਦੀ ਛੰਨ ਦੇ ਅੰਦਰ ਪਹੁੰਚੇ ਨੇ। ਕੁੰਮਾ ਮਸ਼ਕੀ ਮਸ਼ਕ ਕਿਹਾ ਜਾਂਦਾ ਜੋ ਪਾਣੀ ਪਿਲਾਇਆ ਕਰਦੇ ਸਨ। ਬਜ਼ੁਰਗ ਜਾਣਦੇ ਨੇ ਪਿਛਲੇ ਸਮੇਂ ਅੰਦਰ
ਜਦੋਂ ਕਣਕ ਦੀ ਵਾਢੀ ਪਿਆ ਕਰਦੇ ਸੀ ਨਾ, ਮਸ਼ਕੀ ਜਿਹੜੇ ਹੋਇਆ ਕਰਦੇ ਸਨ, ਮਸ਼ਕ ਲੈ ਕਰਕੇ ਉੱਥੇ ਪਾਣੀ ਪਿਲਾਇਆ ਕਰਦੇ ਸਨ, ਫਿਰ ਥੋੜ੍ਹੇ ਥੋੜ੍ਹੇ ਦਾਣੇ ਇਕੱਠੇ ਕਰ ਲੈਣੇ, ਉਹਨਾਂ ਦਾ ਗੁਜ਼ਾਰਾ ਹੋ ਜਾਇਆ ਕਰਦਾ ਸੀ। ਇਸੇ ਪ੍ਰਕਾਰ ਉਦੋਂ ਵੀ ਪਾਣੀ ਪਿਲਾਉਣ ਵਾਲੇ ਹੋਇਆ ਕਰਦੇ ਸਨ ਮਸ਼ਕ ਦੇ ਨਾਲ। ਕੁੰਮਾ ਮਸ਼ਕੀ ਛੰਨ ਹੈ ਉਹਦੀ ਬਣੀ ਹੋਈ, ਉਹਦੇ ਵਿੱਚ ਰਾਤ ਕੱਟੀ ਹੈ। ਰਾਤ ਦਾ ਸਮਾਂ ਹੋਇਆ ਹੈ, ਪਹਿਲਾ ਦਿਨ ਉੱਥੇ ਕੱਟਿਆ ਹੈ। ਰਾਤ ਦਾ ਜਦੋਂ ਸਮਾਂ ਹੋਇਆ ਤੇ ਇੱਕ ਲక్ష్ਮੀ ਨਾਮ ਦੀ ਔਰਤ ਹੈ, ਬ੍ਰਾਹਮਣ ਹੈ, ਉਹ ਮਾਤਾ ਜੀ ਤੇ ਪੁੱਤਰਾਂ ਦੇ ਲਈ, ਸਾਹਿਬਜ਼ਾਦਿਆਂ ਦੇ ਲਈ ਪ੍ਰਸ਼ਾਦਾ ਤਿਆਰ ਕਰਕੇ ਲਿਆਈ ਹੈ। ਲక్ష్ਮੀ ਨਾਮ ਦੀ ਔਰਤ। ਇਹ ਜਿਹੜੀਆਂ ਕਈ ਕਥਾਵਾਂ ਹੋਇਆ ਕਰਦੀਆਂ ਨੇ, ਲਿਖਤ ਦੇ ਵਿੱਚੋਂ ਬਾਹਰ ਰਹਿ ਜਾਂਦੀਆਂ ਨੇ, ਔਰ ਕਈ ਕਥਾਵਾਂ ਇਹੋ ਜਿਹੀਆਂ ਹੋਇਆ ਕਰਦੀਆਂ ਨੇ ਜਿਹੜੇ ਹੋਰ ਲੇਖਕ ਜਿੱਥੋਂ ਉਹਨਾਂ ਨੂੰ ਕੋਈ ਸਰੋਤ ਮਿਲਦਾ ਹੈ ਉੱਥੋਂ ਲਿਆ ਕਰਕੇ ਲਿਖ ਦਿੰਦੇ ਨੇ। ਜਦੋਂ ਅਸੀਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦਾ ਇਤਿਹਾਸ ਪੜ੍ਹਦੇ ਹਾਂ ਜਾਂ ਸੁਣਦੇ ਹਾਂ ਨਾ, ਜਿੱਥੇ ਸਾਨੂੰ ਜਿਹੜੇ ਪ੍ਰਮਾਣਿਤ ਗ੍ਰੰਥ ਨੇ ਉਹਨਾਂ ਦੇ ਵਿੱਚੋਂ ਹਵਾਲੇ ਮਿਲਦੇ ਨੇ, ਉੱਥੇ ਕੁਝ ਇਹੋ ਜਿਹੇ ਗ੍ਰੰਥ ਵੀ ਨੇ ਜਾਂ ਹੋਰ ਧਰਮਾਂ ਦੇ ਲੋਕਾਂ ਨੇ ਲਿਖੇ ਨੇ ਜਾਂ ਸਾਡੇ ਗੁਰਸਿੱਖਾਂ ਨੇ ਬਾਅਦ ਦੇ ਵਿੱਚ ਲਿਖੇ ਨੇ। ਉਹਨਾਂ ਗ੍ਰੰਥਾਂ ਦੇ ਵਿੱਚ ਇੱਕ ਗ੍ਰੰਥ ਹੈ ਜਿਹਨੇ ਦੋ ਚੀਜ਼ਾਂ ਬਿਆਨ ਕੀਤੀਆਂ ਨੇ। ਅੱਲਾ ਯਾਰ ਖਾਂ ਜੋਗੀ 1900 ਤੋਂ ਬਾਅਦ 20ਵੀਂ ਸਦੀ ਦੇ ਵਿੱਚ ਉਸ ਨੇ ਲਿਖੇ ਨੇ, ਜਿਹਦੇ ਵਿੱਚ ਗੰਜ ਸ਼ਹੀਦਾਂ ਤੇ ਸ਼ਫਾ ਨਾਨ ਕਹਿੰਦੇ ਦੋ ਕਿਤਾਬਾਂ ਉਹਨਾਂ ਨੇ ਲਿਖੀਆਂ ਨੇ, ਜਿਹਦੇ ਵਿੱਚ ਇੱਕ ਦੇ ਵਿੱਚ ਬਿਆਨ ਕੀਤੀ ਚਮਕੌਰ ਦੀ ਗੜੀ ਦੀ ਜੰਗ ਤੇ ਇੱਕ ਦੇ ਵਿੱਚ ਬਿਆਨ ਕੀਤੀ ਹੈ ਸਰਹੰਦ ਦੇ ਅੰਦਰ ਜੋ ਕੁਝ ਭਾਣਾ ਵਾਪਰਿਆ ਉਸ ਨੂੰ। ਇਸੇ ਪ੍ਰਕਾਰ ਭਾਈ ਦੁਨਾ ਸਿੰਘ ਹੰਡੂਰੀਏ ਨੇ, ਉਹਨੇ ਵੀ ਆਪਣੀ ਇੱਕ ਪੁਸਤਕ ਲਿਖੀ ਹੈ, ਉਹਦੇ ਵਿੱਚ ਵੀ ਕਈ ਹਵਾਲੇ ਦਿੱਤੇ ਨੇ। ਇਸੇ ਪ੍ਰਕਾਰ ਇੱਕ ਵੀਰ ਮ੍ਰਿਗੇਸ਼ ਨਾਮ ਦੀ ਪੁਸਤਕ ਹੈ, ਉਹਦੇ ਵਿੱਚ ਵੀ ਹਵਾਲੇ ਆਏ ਨੇ। ਇਸੇ ਪ੍ਰਕਾਰ ਕਥਾ ਸੁਤਨ ਕੀ ਪੁਸਤਕ ਦਾ ਨਾਮ ਹੈ, ਉਹਦੇ ਵਿੱਚ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਦੇ ਇਤਿਹਾਸ ਦੇ ਹਵਾਲੇ ਆਏ ਨੇ। ਉਹਨਾਂ ਦੇ ਵਿੱਚੋਂ ਇੱਕ ਪੁਸਤਕ ਦੇ ਵਿੱਚ ਇਹ ਲਿਖਿਆ ਹੋਇਆ ਹੈ, ਕਹਿੰਦੇ ਰਾਤ ਦਾ ਸਮਾਂ ਆਇਆ ਤੇ ਇੱਕ ਲక్ష్ਮੀ ਨਾਮ ਦੀ ਔਰਤ ਮਾਤਾ ਜੀ ਦੀ ਸੇਵਾ ਕਰਦਿਆਂ ਹੋਇਆਂ ਪ੍ਰਸ਼ਾਦਾ ਲੈ ਕਰਕੇ ਆਈ। ਬੜੇ ਵਧੀਆ ਤਰੀਕੇ ਦੇ ਨਾਲ ਪ੍ਰਸ਼ਾਦਾ ਛਕਾਇਆ। ਰਾਤ ਲੰਘੀ ਹੈ, ਅੰਮ੍ਰਿਤ ਵੇਲਾ ਹੋਇਆ ਹੈ ਤੇ ਹੁਣ ਉਹ ਗੰਗੂ ਪਾਪੀ ਵੀ ਆਣ ਕਰਕੇ ਮਿਲ ਗਿਆ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਗੁਰੂ ਘਰ ਦਾ ਰਸੋਈਆ, ਜਿਹਦੇ ਪਿੰਡ ਦੇ ਦੋ ਮਸੰਦ ਵੀ ਹੋਇਆ ਕਰਦੇ ਸਨ। ਜਿਹਦਾ ਪਿੰਡ ਸਹੇੜੀ ਸੀ। ਸਹੇੜੀ ਦਾ ਨਾਮ ਨਹੀਂ ਕੋਈ ਲੈਣਾ ਚਾਹੁੰਦਾ, ਆਮ ਕਰਕੇ ਲੋਕ ਖੇੜੀ ਕਹਿ ਦਿੰਦੇ ਨੇ। ਸਹੇੜੀ ਜਦੋਂ ਦਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦੇ ਨਾਲ ਇਹੋ ਜਿਹੀ ਵਾਰਦਾਤ ਕੀਤੀ ਉਸ ਗੰਗੂ ਨੇ, ਉਦੋਂ ਦਾ ਕੋਈ ਨਾਮ ਵੀ ਨਹੀਂ ਲੈਣਾ ਚਾਹੁੰਦਾ। ਸਹੇੜੀ ਉਖੇੜੀ ਕਿਆ ਕਰਦੇ ਸਨ ਲੋਕ, ਕਹਿੰਦੇ ਸੁਹੇੜੀ ਉਖੇੜੀ ਉਖੜਨ ਵਾਲੀ ਹੈ, ਪੱਟਣ ਵਾਲੀ ਹੈ, ਇਹ ਗੁਰੂ ਘਰ ਨੂੰ ਵਿਛੋੜਨ ਵਾਲੀ ਹੈ। ਗੰਗੂ ਲਾਲਚ ਵਸ ਆਇਆ ਹੈ। ਦੇਖਿਆ ਮਾਤਾ ਜੀ ਨੇ ਅਨੰਦਪੁਰ ਸਾਹਿਬ ਤੋਂ ਤੁਰਦਿਆਂ ਹੋਇਆਂ ਕੁਝ ਮੋਹਰਾਂ ਦੀਆਂ ਖੁਰਜੀਆਂ ਨਾਲ ਲੈ ਲਈਆਂ ਸਨ। ਵੀ ਹੁਣ ਗੁਰੂ ਸਾਹਿਬ ਤਾਂ ਨਾਲ ਰਹੇ ਨਹੀਂ, ਮਾਤਾ ਜੀ ਨੇ ਇਹਨਾਂ ਤੋਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮੋਹਰਾਂ ਸਾਰੀਆਂ ਹਥਿਆ ਲਈਆਂ ਜਾਣ। ਪੈਸੇ ਦਾ ਜਿਹੜਾ ਲਾਲਚ ਹੈ ਨਾ, ਇਹ ਬੜਾ ਬੁਰਾ ਹੈ। ਇਹ ਧੀਆਂ ਪੁੱਤਰਾਂ ਦਾ ਆਪਸ ਦੇ ਵਿੱਚ ਵਿਛੋੜਾ ਪਾ ਦਿੰਦਾ ਹੈ, ਭਰਾਵਾਂ ਭਰਾਵਾਂ ਦਾ ਵਿਛੋੜਾ ਪਾ ਦਿੰਦਾ ਹੈ। ਇੱਥੇ ਤੱਕ ਕਿ ਗੁਰੂ ਪਿਆਰਿਓ, ਪੈਸੇ ਦੀ ਖਾਤਰ ਬੱਚੇ ਵੀ ਆਪਣੇ ਮਾਂ-ਬਾਪ ਨੂੰ ਮਾਂ-ਬਾਪ ਪਛਾਣਦੇ ਨਹੀਂ। ਇਹੋ ਜਿਹੀ ਹਾਲਤ ਬਣੀ ਹੋਈ ਹੈ ਸੰਸਾਰ ਦੀ। ਮਾਂ-ਬਾਪ ਨੂੰ ਮਾਰਨ ਤੱਕ ਮਜਬੂਰ ਹੋ ਜਾਂਦੇ ਨੇ ਪੈਸੇ ਦੀ ਖਾਤਰ। ਉਹ ਤਾਂ ਫੇਰ ਗੰਗੂ ਰਸੋਈਆ ਹੈ, ਹੋਰ ਧਰਮ ਦੇ ਨਾਲ ਸੰਬੰਧਿਤ ਰੱਖਣ ਵਾਲਾ ਬ੍ਰਾਹਮਣ ਹੈ। ਮਨ ਦੇ ਵਿੱਚ ਬੇਈਮਾਨੀ ਆ ਗਈ ਤੇ ਕਹਿ ਦਿੱਤਾ ਮਾਤਾ ਜੀ ਮੇਰਾ ਪਿੰਡ ਨੇੜੇ ਹੀ ਹੈ, ਪਰ ਹੁਣ ਜੇ ਤੁਸੀਂ ਕੁੰਮੇ ਮਸ਼ਕੀ ਦੀ ਛੰਨ ਤੋਂ ਰੋਪੜ ਨੂੰ ਗਏ ਨਾ, ਰੋਪੜ ਵੱਲ ਪਹਿਲੇ ਫੌਜਦਾਰ ਚੜ੍ਹੇ ਹੋਏ ਨੇ, ਤੁਹਾਡਾ ਨੁਕਸਾਨ ਹੋਵੇਗਾ ਜੇ ਤੁਸੀਂ ਆਖੋ ਮੈਂ ਤੁਹਾਨੂੰ ਆਪਣੇ ਪਿੰਡ ਲੈ ਚੱਲਦਾ। ਪਿੰਡ ਲੈ ਗਿਆ, ਰਾਤ ਪੈ ਗਈ ਪਿੰਡ ਪਹੁੰਚਦਿਆਂ ਪਹੁੰਚਦਿਆਂ। ਜੇ ਅੱਜ ਜਾਣਾ ਹੋਵੇ ਨਾ ਕੁੰਮੇ ਮਸ਼ਕੀ ਦੀ ਛੰਨ ਤੋਂ ਸਹੇੜੀ ਪਿੰਡ ਨੂੰ, ਤੇ ਰੋਪੜ ਦੇ ਵਿਚਕਾਰ ਦੀ ਲੰਘੀ ਦਾ ਹੈ। ਹੁਣ ਰੋਪੜ ਤੋਂ ਬਚਾਉਣ ਖਾਤਰ ਪਤਾ ਨਹੀਂ ਕਿੱਧਰ ਕਿੱਧਰ ਦੀ ਘੁਮਾ ਕਰਕੇ ਲੈ ਕੇ ਗਿਆ ਗੰਗੂ। ਰਾਤ ਪੈ ਗਈ, ਰਾਤ ਦਾ ਸਮਾਂ। ਕਹਿੰਦੇ ਗੰਗੂ ਨੇ ਜਦੋਂ ਮਾਤਾ ਜੀ ਨੂੰ ਕਮਰਾ ਦਿੱਤਾ ਹੈ ਤੇ ਗੰਗੂ ਨੇ
ਰਾਤ ਨੂੰ ਮੋਹਰਾਂ ਦੀ ਖੁਰਜੀ ਤੇ ਨਜ਼ਰ ਪਹਿਲੋਂ ਟਿਕਾਈ ਹੋਈ ਸੀ। ਮਾਤਾ ਜੀ ਆਪਣੇ ਪੁੱਤਰਾਂ ਨੂੰ, ਆਪਣੇ ਪੋਤਰਿਆਂ ਨੂੰ ਲੈ ਕਰਕੇ ਪਲੰਘ ਦੇ ਉੱਪਰ ਲੇਟੇ ਨੇ ਤੇ ਗੰਗੂ ਨੇ ਮੋਹਰਾਂ ਦੀ ਖੁਰਜੀ ਚੁੱਕ ਲਈ। ਚੁੱਕ ਕਰਕੇ ਕਿੱਧਰ ਰੱਖਿਆ ਆ? ਮਾਤਾ ਜੀ ਨੇ ਸੋਚਿਆ ਸੰਭਾਲੀ ਹੋਵੇਗੀ। ਕਹਿਣ ਲੱਗੇ ਗੰਗੂ ਮੈਨੂੰ ਦੱਸ ਦੇਣਾ ਸੀ, ਖੁਰਜੀ ਸੰਭਾਲ ਲਈ। ਕਹਿੰਦਾ ਕਿਹੜੀ ਖੁਰਜੀ ਦੀ ਗੱਲ ਕਰਦੇ ਹੋ? ਕਹਿੰਦੀ ਮੋਹਰਾਂ ਦੀ। ਕਹਿੰਦਾ ਮੈਂ ਤੁਹਾਡੀਆਂ ਮੋਹਰਾਂ ਚੁਰਾਈਆਂ? ਇੱਕ ਤਾਂ ਤੁਸੀਂ ਇਸ ਸਮੇਂ ਦੀ ਸਰਕਾਰ ਦੇ ਬਾਗੀ, ਉਹ ਬਾਗੀਆਂ ਨੂੰ ਤੁਹਾਨੂੰ ਆਪਣੇ ਘਰ ਦੇ ਵਿੱਚ ਰੱਖ ਰਿਹਾ, ਦੂਸਰਾ ਮੇਰੇ ਉੱਪਰ ਚੋਰੀ ਦਾ ਇਲਜ਼ਾਮ ਲਗਾ ਰਹੇ ਹੋ। ਤੇ ਉਹ ਗੰਗੂ ਜਿਹੜਾ ਸੀ ਨਾ, ਖੁਰਜੀ ਲਾਗੇ ਦੀ ਦਰਿਆ ਵਗਦਾ ਸੀ, ਉਸ ਦਰਿਆ ਦੇ ਵਿਚਕਾਰ ਦੱਬਿਆ ਆਇਆ ਸੀ। ਕਹਿੰਦੇ ਜਦੋਂ ਕਹਿਣ ਲੱਗਾ ਵੀ ਤੁਸੀਂ ਮੇਰੇ ਉੱਪਰ ਚੋਰੀ ਦਾ ਇਲਜ਼ਾਮ ਲਗਾਉਂਦੇ ਹੋ, ਤੇ ਪਿੰਡ ਦੇ ਦੋ ਮਸੰਦ ਜਿਹੜੇ ਸਨ, ਜਿਹਦਾ ਇੱਕ ਦਾ ਨਾਮ ਸੀ ਦਰਬਾਰੀ ਤੇ ਇੱਕ ਦਾ ਨਾਮ ਸੀ ਧੂਮਾ, ਉਹ ਦੋਨੋਂ ਮਸੰਦਾਂ ਨੂੰ ਨਾਲ ਲੈ ਆਇਆ। ਉਹਨਾਂ ਦੀ ਮਦਦ ਦੇ ਨਾਲ, ਕਿਉਂਕਿ ਮਸੰਦ ਤਾਂ ਪਹਿਲਾਂ ਗੁਰੂ ਘਰ ਦੇ ਨਾਲ ਖਾਰ ਖਾਂਦੇ ਸਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹ ਮਸੰਦ ਜਿਹੜੇ ਸੰਗਤ ਦਾ ਪੈਸਾ ਹੜਪਦੇ ਸਨ, ਸੰਗਤ ਦੀ ਮਾਇਆ ਖਾਂਦੇ ਸਨ ਨਾ, ਉਹਨਾਂ ਮਸੰਦਾਂ ਨੂੰ ਆਪ ਸਾੜਿਆ ਸੀ ਤੇਲ ਦੇ ਕੜਾਹੇ ਅੰਦਰ। ਪਹਿਲੋਂ ਹੀ ਮਸੰਦ ਖਾਰ ਖਾਂਦੇ ਸਨ। ਮਸੰਦ ਆ ਗਏ, ਮਿਲ ਕਰਕੇ ਉਸੇ ਸਮੇਂ ਮਰਿੰਡੇ ਦੀ ਕੋਤਵਾਲੀ ਦੇ ਵਿੱਚ ਗਏ ਨੇ ਤੇ ਜਾ ਕਰਕੇ ਸ਼ਿਕਾਇਤ ਕੀਤੀ ਹੈ। ਹੁਣ ਸੋਚਦੇ ਨੇ, ਗੰਗੂ ਨੇ ਸੋਚਿਆ ਵੀ ਇਨਾਮ ਮਿਲੇਗਾ। ਕਹਿਣ ਲੱਗਾ ਜੋ ਸਰਕਾਰੀ ਦਰਬਾਰੇ ਇਨਾਮ ਮਿਲੇਗਾ ਉਹ ਮੈਨੂੰ ਦੇਣਾ ਪਵੇਗਾ। ਮੈਂ ਤੁਹਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਖਾਸ ਪਰਿਵਾਰ ਦੇ ਜੀ ਪਕੜਾ ਸਕਦਾ ਹਾਂ। ਜਾਨੀ ਖਾਂ ਤੇ ਮਾਨੀ ਖਾਂ ਉਸ ਦੇ ਸਮੇਂ ਮਰਿੰਡੇ ਦੀ ਕੋਤਵਾਲੀ ਦੇ ਕੋਤਵਾਲ ਨੇ, ਥਾਣੇਦਾਰ ਜਿਹਨੂੰ ਕਹਿ ਦਿੱਤਾ ਜਾਂਦਾ ਹੈ। ਉਹਨਾਂ ਨੂੰ ਕਿਹਾ, ਉਹਨਾਂ ਨੇ ਮੰਨ ਗਏ ਨੇ। ਕਹਿੰਦੇ ਠੀਕ ਹੈ, ਤੈਨੂੰ ਇਨਾਮ ਦਵਾ ਦਿੱਤਾ ਜਾਵੇਗਾ। ਤੇ ਆਏ ਨੇ ਵਾਪਸ। ਜਾਨੀ ਖਾਂ ਤੇ ਮਾਨੀ ਖਾਂ ਨੂੰ ਪਕੜਾਉਣ ਦਾ ਯਤਨ ਕੀਤਾ ਹੈ। ਉਸ ਤੋਂ ਪਹਿਲਾਂ ਜਦੋਂ ਗੰਗੂ ਗਿਆ ਸੀ ਨਾ ਘਰੋਂ ਨਿਕਲ ਕਰਕੇ ਕੋਤਵਾਲੀ ਨੂੰ, ਤੇ ਉਸੇ ਸਮੇਂ ਮਾਤਾ ਜੀ ਨੂੰ ਤੇ ਮਾਤਾ ਜੀ ਦੇ ਪੋਤਰਿਆਂ ਨੂੰ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦਿੱਤਾ ਸੀ। ਠੰਡੀ ਬੋਲੀ ਰਾਤ, ਉੱਪਰ ਕੋਈ ਕੱਪੜਾ ਨਹੀਂ, ਜਿਹੜੀ ਖੁਰਜੀ ਦੇ ਵਿੱਚ ਸਨ ਉਹ ਵੀ ਦੱਬ ਲਈ। ਤੇ ਰਾਤ ਕਹਿੰਦੇ ਨੇ ਕਿਸੇ ਪੁਸਤਕ ਦੇ ਵਿੱਚ ਇਹ ਮੈਂ ਪੜ੍ਹਿਆ, ਕਹਿੰਦੇ ਰਾਤ ਇੱਕ ਕਿੱਕਰ ਦੇ ਥੱਲੇ ਕੱਟੀ ਮਾਤਾ ਗੁਜਰੀ ਜੀ ਨੇ। ਮਾਤਾ ਆਪਣੇ ਪੋਤਰਿਆਂ ਨੂੰ ਲੈ ਕਰਕੇ ਠੰਡ ਦੇ ਵਿੱਚ ਉਸ ਕਿੱਕਰ ਦੇ ਥੱਲੇ ਬੈਠੇ ਨੇ। ਜਾਨੀ ਖਾਂ ਤੇ ਮਾਨੀ ਖਾਂ ਆਏ ਨੇ ਤੇ ਪਹਿਲੋਂ ਪੁੱਛਣਾ ਕੀਤਾ ਹੈ ਵੀ ਤੂੰ ਕੌਣ ਹੈ? ਇਹ ਮਾਈ ਤੂੰ ਕੌਣ ਹੈ? ਤੇ ਕਹਿਣ ਲੱਗੀ ਮੈਂ ਇੱਕ ਸੇਵਕ ਹਾਂ। ਕਹਿੰਦੀ ਆ ਤੇਰੀ ਗੋਦੀ ਦੇ ਵਿੱਚ ਕੌਣ ਨੇ? ਕਹਿੰਦੀ ਮੇਰੇ ਪੁੱਤਰ ਨੇ। ਕਹਿਣ ਲੱਗੇ ਤੇਰੇ ਪੁੱਤਰ ਨਹੀਂ ਲੱਗਦੇ, ਇਹਨਾਂ ਦੀ ਸ਼ਕਲ ਸੂਰਤ ਜਿਹੜੀ ਆ ਤੇਰੇ ਪੁੱਤਰਾਂ ਵਾਲੀ ਨਹੀਂ, ਇਹ ਤਾਂ ਕੋਈ ਰਾਜਕੁਮਾਰ ਨੇ। ਕਹਿਣ ਲੱਗੀ ਹਾਂ ਮੈਂ ਗੁਰੂ ਘਰ ਦੀ ਸੇਵਕ ਸਾਂ ਤੇ ਗੁਰੂ ਘਰ ਦੇ ਵਿੱਚ ਹੀ ਇਹਨਾਂ ਦੀ ਪਰਵਰਿਸ਼ ਹੋਈ ਹੈ, ਇਸੇ ਕਰਕੇ ਇਹਨਾਂ ਦੀ ਪਰਵਰਿਸ਼ ਰਾਜਕੁਮਾਰਾਂ ਦੇ ਵਾਂਗੂ ਹੋਈ ਹੈ ਤੇ ਰਾਜਕੁਮਾਰ ਨਜ਼ਰ ਆਉਂਦੇ ਨੇ। ਤੇ ਗੰਗੂ ਨੇ ਕਹਿ ਦਿੱਤਾ ਨਹੀਂ, ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਾਹਿਬਜ਼ਾਦੇ ਨੇ, ਉਹਨਾਂ ਦੇ ਪੁੱਤਰ ਨੇ। ਪਕੜ ਕਰਕੇ ਜਾਨੀ ਖਾਂ ਤੇ ਮਾਨੀ ਖਾਂ ਨੇ ਮਰਿੰਡੇ ਦੀ ਉਸ ਕੋਤਵਾਲੀ ਦੇ ਵਿੱਚ ਲਿਜਾ ਕਰਕੇ ਕੋਤਵਾਲੀ ਦੇ ਅੰਦਰ ਜੇਲ੍ਹ ਦੇ ਵਿੱਚ ਡੱਕ ਦਿੱਤਾ, ਕੋਠੜੀ ਦੇ ਵਿੱਚ ਡੱਕ ਦਿੱਤਾ। ਰਾਤ ਉੱਥੇ ਰਹੇ ਨੇ। ਆਪ ਜਾਨੀ ਖਾਂ ਤੇ ਮਾਨੀ ਖਾਂ ਚਲੇ ਗਏ ਨੇ ਸਰਹੰਦ ਨੂੰ। ਸਰਹੰਦ ਦੇ ਵਿੱਚ ਜਾ ਕਰਕੇ ਸੂਬੇ ਵਜ਼ੀਦ ਖਾਂ ਜੋ ਚਮਕੌਰ ਦੀ ਗੜੀ ਦੇ ਵਿੱਚੋਂ ਹਾਰ ਕਰਕੇ ਆ ਗਿਆ ਸੀ, ਚਮਕੌਰ ਦੀ ਗੜੀ ਦੇ ਵਿੱਚੋਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਾਛੀਵਾੜੇ ਦੇ ਜੰਗਲਾਂ ਨੂੰ ਚਲੇ ਗਏ ਸਨ। ਉਹ ਹਾਰ ਕਰਕੇ ਆ ਗਿਆ ਸੀ। ਜਦੋਂ ਪਤਾ ਲੱਗਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਹੀਂ ਪਕੜੇ ਗਏ, ਪਰ ਉਸ ਸਮੇਂ ਇਹ ਵੀ ਗੱਲ ਫੈਲਾਈ ਗਈ ਸੀ ਬਾਬਾ ਸੰਗਤ ਸਿੰਘ ਜੀ ਦਾ ਸੀਸ ਵੱਢਿਆ ਸੀ ਤੇ ਕਹਿੰਦੇ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਮਾਰ ਲਿਆ। ਜਦੋਂ ਆਣ ਕਰਕੇ ਤੱਕਿਆ ਸੀ ਸੀਸ ਨੂੰ ਤੇ ਫਿਰ ਸਾਰੇ ਭਰਮ ਭੁਲੇਖੇ ਦੂਰ ਹੋ ਗਏ ਸਨ। ਇਹ ਤਾਂ ਕੁਝ ਹੋਰ ਹੀ ਕਰ ਬੈਠੇ ਆ। ਅੱਜ ਜਾਨੀ ਖਾਂ ਤੇ ਮਾਨੀ ਖਾਂ ਨੇ ਆਣ ਕਰਕੇ ਸੁਨੇਹਾ ਦਿੱਤਾ ਹੈ। ਵਜ਼ੀਰ ਖਾਂ ਦੀ ਕਚਹਿਰੀ ਵਿੱਚ ਪੇਸ਼ ਹੋਏ ਨੇ। ਕਹਿੰਦੇ ਜਨਾਬ ਜੇ ਹੁਕਮ ਹੋਵੇ ਤੇ ਤੁਹਾਡੇ ਸਾਹਮਣੇ ਕੁਝ ਪੇਸ਼ ਕਰ ਸਕੀਏ। ਕਹਿਣ ਲੱਗੇ ਦੱਸੋ। ਕਹਿੰਦੇ ਜਿਨ੍ਹਾਂ ਨੂੰ ਤੁਸੀਂ ਲੱਭਦੇ ਪਏ ਹੋ ਨਾ, ਗੁਰੂ ਗੋਬਿੰਦ ਸਿੰਘ ਤੁਹਾਡੇ ਤੋਂ ਪਕੜੇ ਨਹੀਂ ਗਏ, ਪਰ ਸਾਡੇ ਕੋਲ ਇਹੋ ਜਿਹੇ ਜੀਵ ਨੇ, ਇਹੋ ਜਿਹੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ
जे असीं तुहानूं पकड़ा दईए तो गुरु गोबिंद सिंह आपे ही चल करके इत्थे आ जावेगा, आपे ही चल करके। कहंदे कौन ने? कहंदे उन्हां दे बजुर्ग माता, जिहड़ा जवान पुत्र होवे ना, बजुर्ग मातावां नूं, बजुर्ग पितावां नूं अपने बच्चियां दे वांगू प्यार करदा है। कहंदे उन्हां दे साहिबजादे ਜਿਹੜੇ ਉਹਨਾਂ ਨੂੰ ਜਾਨ ਤੋਂ ਜ਼ਿਆਦਾ ਪਿਆਰੇ ਨੇ, 2 ਤਾਂ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋ ਗਏ, ਹੁਣ ਉਹ ਸ਼ਹੀਦ ਨਹੀਂ ਕਰਵਾਉਣਗੇ ਇਹਨਾਂ ਨੂੰ ਬਚਾਉਣਗੇ, ਉਹ ਤੁਹਾਡੇ ਕੋਲ ਆ ਹੀ ਲੈ। ਵਜ਼ੀਰ ਖਾਨ ਨੇ ਕਹਿਣਾ ਕੀਤਾ ਵੀ ਜਲਦੀ ਤੋਂ ਜਲਦੀ ਉਹਨਾਂ ਨੂੰ ਲੈ ਕਰਕੇ ਆਓ। ਹੁਣ ਲਿਖਣ ਵਾਲਿਆਂ ਨੇ ਬੜਾ ਕੁਝ ਲਿਖਿਆ ਹੈ। ਉਸ ਸਮੇਂ ਨਾਲ ਤਾਂ ਮੌਜੂਦ ਕੋਈ ਨਹੀਂ ਸੀ, ਪਰ ਇਹ ਅਸੀਂ ਜਾਣਦੇ ਹਾਂ ਵੀ ਜਦੋਂ ਜ਼ਾਲਮ ਦੇ ਹੱਥ ਦੇ ਵਿੱਚ ਕੋਈ ਇੰਜ ਮਾਸੂਮ ਜੀਵ ਆ ਜਾਵੇ ਤੇ ਉਹਦੇ ਕੋਲ ਉਹਦੀ ਨੌਕਰੀ ਦਾ ਵੀ ਹੰਕਾਰ ਹੋਵੇ, ਉਹਦੇ ਕੋਲ ਉਸ ਸਮੇਂ ਕੋਤਵਾਲ ਹੋਣ ਦਾ ਵੀ ਹੰਕਾਰ ਹੋਵੇ, ਤੇ ਉਹ ਬਖਸ਼ੇਗਾ ਕਿਵੇਂ? ਕਿਸੇ ਨੇ ਲਿਖਿਆ, ਕਹਿੰਦੇ ਸਾਹਿਬਜ਼ਾਦਿਆਂ ਨੂੰ ਬੰਨ੍ਹ ਕਰਕੇ ਬੋਰੀਆਂ ਦੇ ਵਿੱਚ ਪਾ ਦਿੱਤਾ ਗਿਆ ਤੇ ਘੋੜਿਆਂ ਦੇ ਉੱਪਰ ਲਟਕਾ ਲਿਆ। ਮਾਤਾ ਜੀ ਦੀਆਂ ਅੱਖਾਂ ਬੰਨ੍ਹ ਲਈਆਂ, ਨੇਤਰ ਬੰਨ੍ਹ ਲਏ, ਪਿੱਛੇ ਹੱਥ ਬੰਨ੍ਹ ਲਏ, ਸਰਹੰਦ ਨੂੰ ਲੈ ਤੁਰੇ ਨੇ। ਸਰਹੰਦ ਵਿੱਚ ਪਹੁੰਚੇ ਨੇ ਸ਼ਾਮ ਨੂੰ, ਰਾਤ ਨੂੰ ਠੰਡੇ ਬੁਰਜ ਦੇ ਵਿੱਚ ਰਹੇ। ਅਗਲਾ ਦਿਨ ਹੋਇਆ ਤੇ ਸਾਹਿਬਜ਼ਾਦਿਆਂ ਨੇ ਪਹਿਲੋਂ ਨਾ ਨੀਲਾ ਬਾਣਾ ਪਹਿਨਿਆ ਹੋਇਆ ਸੀ। ਅਗਲਾ ਦਿਨ ਹੋਇਆ, ਨੀਲੇ ਬਾਣੇ ਦੇ ਵਿੱਚ ਹੀ ਸਾਹਿਬਜ਼ਾਦੇ ਸੂਬੇ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਦਾਖਲ ਹੋਣ ਦੇ ਲਈ ਗਏ ਨੇ। ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਉਹਨਾਂ ਨੂੰ ਬੁਲਾਇਆ ਗਿਆ ਹੈ। ਹੁਣ ਸੋਚਿਆ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪੁੱਤਰ ਨੇ, ਜੇ ਅਸੀਂ ਇਹਨਾਂ ਨੂੰ ਝੁਕਾ ਲਿਆ ਨਾ, ਸਰਹੰਦ ਦੇ ਵਿੱਚ ਰਹਿਣ ਵਾਲੇ ਜਿੰਨੇ ਸਿੱਖ ਨੇ ਉਹ ਸਾਰੇ ਝੁਕ ਜਾਣਗੇ। ਸਿੱਖ ਉਦੋਂ ਸਰਹੰਦ ਦੇ ਵਿੱਚ ਵੀ ਬੜੇ ਸਨ, ਉਸ ਸਮੇਂ ਵੀ ਬੜੇ ਸਨ, ਪਰ ਸਾਰੇ ਹੀ ਉਹ ਸਿੱਖੀ ਤੋਂ ਮੁਨਕਰ ਹੋ ਜਾਵਣਗੇ ਜੇ ਅਸੀਂ ਇਹਨਾਂ ਨੂੰ ਝੁਕਾ ਲਿਆ। ਵਿਉਂਤਾਂ ਬਣਾਈਆਂ ਗਈਆਂ ਵੀ ਜਦੋਂ ਦਰਬਾਰ ਦੇ ਵਿੱਚ ਦਾਖਲ ਹੋਣਗੇ ਇਹਨਾਂ ਦਾ ਸੀਸ ਕਿਸੇ ਤਰ੍ਹਾਂ ਝੁਕਾਇਆ ਜਾਵੇ। ਸਾਰੇ ਦਰਵਾਜ਼ੇ ਬੰਦ ਕਰ ਦਿੱਤੇ ਗਏ। ਵੱਡੇ ਦਰਵਾਜ਼ੇ ਦੇ ਵਿੱਚ ਦੀ ਇੱਕ ਛੋਟਾ ਜਿਹਾ ਦਰਵਾਜ਼ਾ ਉਹਨੂੰ ਖੋਲ੍ਹ ਦਿੱਤਾ ਗਿਆ, ਜਿਹਦੇ ਵਿੱਚੋਂ ਇਨਸਾਨ ਲੰਘਣਾ ਮੁਸ਼ਕਲ ਹੈ। ਉਹ ਦਰਵਾਜ਼ਾ ਖੋਲ੍ਹਿਆ ਤੇ ਸਾਹਿਬਜ਼ਾਦਿਆਂ ਨੂੰ ਲਿਆਂਦਾ ਗਿਆ। ਤੇ ਸਾਹਿਬਜ਼ਾਦੇ ਵੀ ਜਾਣਦੇ ਨੇ, ਕਿਉਂਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਹੱਥੀਂ ਉਹਨਾਂ ਦੀ ਪਰਵਰਿਸ਼ ਹੋਈ ਹੈ। ਉਹਨਾਂ ਨੇ ਸੋਚਿਆ ਵੀ ਜਦੋਂ ਇਸ ਦਰਵਾਜ਼ੇ ਦੇ ਵਿੱਚੋਂ ਲੰਘਣਗੇ ਤਾਂ ਸੀਸ ਪਹਿਲੋਂ ਝੁਕਾਉਣਗੇ, ਤੇ ਇਧਰ ਸਾਹਿਬਜ਼ਾਦਿਆਂ ਨੇ ਪਹਿਲੋਂ ਆਪਣੇ ਚਰਨ ਜੁੱਤੀ ਜਿਹੜੀ ਸੀ ਪੈਰਾਂ ਦੇ ਵਿੱਚ ਪਾਈ ਹੋਈ ਤੇ ਉਹ ਸਾਹਮਣੇ ਖੜੀ ਕਰਕੇ ਦਰਬਾਰ ਦੇ ਵਿੱਚ ਲੰਘੇ ਨੇ। ਸੀਸ ਬਾਅਦ ਦੇ ਵਿੱਚ ਲੰਘਾਇਆ, ਸਿਰ ਬਾਅਦ ਦੇ ਵਿੱਚ ਲੰਘਾਇਆ, ਪਹਿਲੋਂ ਆਪਣੇ ਪੈਰ ਲੰਘਾਏ ਨੇ। ਲੰਘਾ ਕਰਕੇ ਜਾ ਕਰਕੇ ਉਸ ਦਰਬਾਰ ਦੇ ਵਿੱਚ ਇੱਕੋ ਹੀ ਗੱਲ ਆਖੀ ਹੈ, ਕਹਿਣ ਲੱਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੂਬਾ ਵਜ਼ੀਰ ਖਾਨ ਹੈਰਾਨ ਪਰੇਸ਼ਾਨ ਹੋਇਆ ਹੈ ਤੇ ਉਹ ਸਮੇਂ ਸੁੱਚਾ ਆਨੰਦ, ਜਿਹਨੂੰ ਅੱਜ ਕੱਲ੍ਹ ਗੁਰਸਿੱਖਾਂ ਦੀ ਜ਼ੁਬਾਨ ਤੇ ਝੂਠਾ ਆਨੰਦ ਵੀ ਚੜਿਆ ਹੋਇਆ ਹੈ ਸ਼ਬਦ, ਕਹਿੰਦੇ ਉਸ ਨੇ ਕਿਹੜਾ ਕੀਤਾ, ਤੁਹਾਡੇ ਪਿਓ ਦਾ ਦਰਬਾਰ ਨਹੀਂ। ਮੈਂ ਜਿਹੜੇ ਸ਼ਬਦ ਵਰਤ ਰਿਹਾ ਨਾ ਉਹਨਾਂ ਦੀ ਭਾਸ਼ਾ ਦੇ ਵਿੱਚ ਵਰਤ ਰਿਹਾ, ਬੇਸ਼ੱਕ ਇਜਾਜ਼ਤ ਨਹੀਂ ਸਾਨੂੰ ਇਹ ਸ਼ਬਦ ਵਰਤਣ ਦੀ। ਇਹ ਤੁਹਾਡੇ ਪਿਤਾ ਦਾ ਦਰਬਾਰ ਨਹੀਂ, ਇਹ ਸੂਬਾ ਸਰਹੰਦ ਵਜ਼ੀਰ ਖਾਨ ਦੀ ਕਚਹਿਰੀ ਹੈ। ਇੱਥੇ ਝੁਕ ਕਰਕੇ ਸਲਾਮ ਕੀਤਾ ਜਾਂਦਾ ਹੈ, ਇੱਥੇ ਫਤਿਹ ਨਹੀਂ ਬੁਲਾਈ ਜਾਂਦੀ। ਬੱਚਿਓ ਸਲਾਮ ਕਰੋ। ਤੇ ਅੱਗੋਂ ਜਵਾਬ ਸੀ ਉਹਨਾਂ ਸਾਹਿਬਜ਼ਾਦਿਆਂ ਦਾ, ਕਹਿੰਦੇ हमने सलाम तो एक बार ही किया है और खुदा के बगैर किसी को सलाम नहीं करते। एक बार ही। हुण फिक्र पै गया। सूबा वजीर खान ने, देखो सुनने वाली गल है, हुण तुहाडे ध्यान गोचरे लियावां कई गल्लां जिहड़ियां ने आम करके रह जांदियां ने। वजीर खान ने काजी नूं, उस समय काजी जिहड़े सन वो फतवे सुनाया करते सन, काजी सज़ा लगाया करते सन। काजी नूं कहना कीता, काजी इन्हां नूं फतवा लगाया जाए। की फतवा लगाउंदे हो, की सज़ा लगाउंदे हो? अगों काजी दा जवाब सी, कहंदा कुरान मजीद दे विच
ਬੱਚਿਆਂ ਨੂੰ ਕੋਈ ਵੀ ਸਜ਼ਾ ਨਹੀਂ ਦਿੱਤੀ ਜਾਂਦੀ। ਕੁਰਾਨ ਮਜੀਦ ਦੇ ਵਿੱਚ ਕੋਈ ਵੀ ਫਤਵਾ ਨਹੀਂ ਜੋ ਇਹਨਾਂ ਬੱਚਿਆਂ ਤੇ ਲਗਾਇਆ ਜਾ ਸਕੇ। ਇਹ ਗੱਲ ਕਹੀ, ਇਹਨਾਂ ਨੂੰ ਛੱਡ ਦਿੱਤਾ ਜਾਵੇ, ਇਹਨਾਂ ਦੇ ਉੱਪਰ ਕੋਈ ਫਤਵਾ ਨਹੀਂ ਲਗਾਇਆ ਜਾ ਸਕਦਾ। ਹੁਣ ਸੁੱਚਾ ਆਨੰਦ ਨੇ ਮੌਕੇ ਨੂੰ ਸੰਭਾਲਿਆ ਹੈ। ਮੌਕੇ ਨੂੰ ਸੰਭਾਲਦਿਆਂ ਹੋਇਆਂ ਉਹ ਕਹਿਣ ਲੱਗਾ ਹੈ, ਕਹਿੰਦਾ ਬੱਚਿਓ, ਵਟ ਆਰ ਯੂ ਡੂ। ਇੰਗਲਿਸ਼ ਦੇ ਇੱਕ ਲੇਖਕ ਨੇ ਲਿਖਿਆ, ਕਹਿੰਦਾ ਤੁਸੀਂ ਕੀ ਕਰੋਗੇ ਇਫ ਵੀ ਵਰ ਟੂ ਗਿਵ ਯੂ ਯੂਅਰ ਲਿਬਰਟੀ। ਕਹਿੰਦੇ ਜੇ ਤੁਹਾਨੂੰ ਖੁੱਲੀ ਛੁੱਟੀ ਦੇ ਦਿੱਤੀ ਜਾਵੇ, ਤੁਹਾਨੂੰ ਛੱਡ ਦਿੱਤਾ ਜਾਵੇ, ਆਜ਼ਾਦ ਕਰ ਦਿੱਤਾ ਜਾਵੇ, ਫਿਰ ਤੁਸੀਂ ਕੀ ਕਰੋਗੇ। ਇੰਗਲਿਸ਼ ਦੇ ਲੇਖਕ ਨੇ ਬੜੇ ਸੁੰਦਰ ਵਚਨ ਲਿਖੇ ਨੇ। ਬੱਚੇ ਅੱਗੋਂ ਜਵਾਬ ਦਿੰਦੇ ਨੇ, ਕਹਿਣ ਲੱਗੇ, ਕਹਿੰਦੇ ਅਸੀਂ ਜੰਗਲਾਂ ਦੇ ਵਿੱਚ ਜਾਵਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ, ਜਦੋਂ ਸਾਡੀ ਫੌਜ ਇਕੱਠੀ ਹੋਵੇਗੀ ਅਸੀਂ ਤੁਹਾਡੇ ਤੇ ਹਮਲਾ ਕਰਾਂਗੇ। ਕਹਿੰਦੇ ਜੇ ਹਮਲੇ ਦੇ ਵਿੱਚ ਤੁਸੀਂ ਹਾਰ ਗਏ ਫੇਰ ਕੀ ਕਰੋਗੇ। ਕਹਿੰਦੇ ਫੇਰ ਜੰਗਲੀ ਜਾਵਾਂਗੇ, ਫੇਰ ਸਿੰਘਾਂ ਨੂੰ ਇਕੱਠੇ ਕਰਾਂਗੇ, ਫੇਰ ਤੁਹਾਡੇ ਤੇ ਹਮਲਾ ਕਰਾਂਗੇ। ਕਹਿੰਦੇ ਫੇਰ ਵੀ ਹਾਰ ਗਏ, ਕਹਿੰਦੇ ਓਨੀ ਦੇਰ ਤੱਕ ਹਮਲਾ ਕਰਨੋਂ ਨਹੀਂ ਹਟਾਂਗੇ ਜਿੰਨੀ ਦੇਰ ਤੱਕ ਜਾਬਰ ਦਾ ਜ਼ੁਲਮ ਇਸ ਸੰਸਾਰ ਦੇ ਵਿੱਚੋਂ ਖਤਮ ਨਹੀਂ ਕਰ ਦਿੰਦੇ, ਓਨੀ ਦੇਰ ਤੱਕ ਹਮਲਾ ਕਰਨੋਂ ਨਹੀਂ ਹਟਾਂਗੇ। ਤੇ ਉਹ ਸਮੇਂ ਫਿਰ ਸੁੱਚਾ ਆਨੰਦ ਨੇ ਕਿਹੜਾ ਕੀਤਾ, ਕਹਿੰਦਾ ਨੀਕੇ ਵਾਲ ਨਾ ਇਹਨੇ ਪਛਾਨੋ। ਕਹਿੰਦਾ ਨਿੱਕੇ ਨਿੱਕੇ ਬੱਚੇ ਨਾ ਇਹਨਾਂ ਨੂੰ ਜਾਣਨਾ ਕਰੋ। ਨਾਗੋਂ ਕੇ ਪੂਤ ਬਖਾਨੋ, ਕਹਿੰਦੇ ਇਹ ਸੱਪਾਂ ਦੇ ਪੁੱਤਰ ਨੇ। ਦੂਨਾ ਸਿੰਘ ਹੰਡੂਰੀਏ ਨੇ ਲਿਖਿਆ, ਕਹਿੰਦੇ ਨੀਕੇ ਬਾਲ ਨਾ ਇਹਨੇ ਹੋ ਜਾਨੋ, ਨਾਗੋਂ ਕੇ ਪੂਤ ਇਹਨੇ ਬਖਾਨੋ। ਕਹਿੰਦੇ ਸੱਪਾਂ ਦੇ ਪੁੱਤਰ ਨੇ, ਔਰ ਸੱਪਾਂ ਦੇ ਪੁੱਤਰ ਸਪੋਲੀਏ, ਜਿਹੜੇ ਸਪੋਲੀਏ ਹੋਇਆ ਕਰਦੇ ਨੇ ਉਹ ਆਪਣਾ ਡੰਗ ਮਾਰਦੇ ਹੀ ਨੇ। ਅੱਜ ਤੁਹਾਡੇ ਹੱਥ ਵਿੱਚ ਆਏ ਨੇ, ਅੱਜ ਜੋ ਮਰਜ਼ੀ ਕਰ ਲਵੋ, ਇਹਨਾਂ ਨੂੰ ਪਕੜ ਕਰਕੇ ਕਿਸੇ ਤਰ੍ਹਾਂ ਇੱਥੇ ਦਬਾ ਦਿੱਤਾ ਜਾਵੇ। ਕਹਿੰਦੇ ਨਹੀਂ। ਸੂਬਾ ਵਜ਼ੀਦ ਖਾਂ ਕਹਿਣ ਲੱਗਾ, ਫਿਰ ਉਹਨੇ ਕਿਹਾ, ਕਹਿੰਦੇ ਬੱਚੇ ਨੇ, ਇਹ ਕੀ ਕਰਨਗੇ, ਖੇਡਣ ਦੀਆਂ ਇਹਨਾਂ ਦੀਆਂ ਉਮਰਾਂ ਨੇ, ਇਹਨਾਂ ਨੂੰ ਤਾਂ ਅਸੀਂ ਜਦੋਂ ਮਰਜ਼ੀ ਭਰਮਾ ਸਕਦੇ ਹਾਂ। ਸੁੱਚਾ ਆਨੰਦ ਕਹਿਣ ਲੱਗਾ, ਕਹਿੰਦਾ ਜੇ ਖੇਡਣ ਦੀਆਂ ਉਮਰਾਂ ਨੇ ਨਾ ਤੁਸੀਂ ਕਹਿੰਦੇ ਹੋ, ਫਿਰ ਪਰਤਾ ਕਰਕੇ ਦਿਖਾ ਦਈਏ। ਕਹਿੰਦੇ ਕਿਵੇਂ। ਕਚਹਿਰੀ ਤੋਂ ਬਾਹਰ 3 ਦੁਕਾਨਾਂ ਲਗਾ ਦਿੱਤੀਆਂ ਗਈਆਂ। ਦੇਖੋ ਇਹ ਗੱਲ ਸੁਣਨ ਵਾਲੀ ਹੈ। ਕਚਹਿਰੀ ਤੋਂ ਬਾਅਦ 3 ਦੁਕਾਨਾਂ ਲਗਾਈਆਂ ਗਈਆਂ। ਇੱਕ ਦੁਕਾਨਾਂ ਖੇਡਾਂ ਦੀ ਹੈ, ਦੂਸਰੀ ਦੁਕਾਨ ਮਠਿਆਈ ਦੀ ਹੈ, ਤੇ ਤੀਸਰੀ ਦੁਕਾਨ ਸ਼ਸਤਰਾਂ ਦੀ ਹੈ, ਜਿਹਦੇ ਉੱਪਰ ਖਿਡਾਉਣੇ ਰੂਪ ਦੇ ਵਿੱਚ ਤੀਰ ਕਮਾਨ ਕਿਰਪਾਨਾਂ ਰੱਖੀਆਂ ਹੋਈਆਂ ਨੇ ਲੱਕੜ ਦੀਆਂ ਬਣਾ ਕਰਕੇ। ਹੁਣ ਬੱਚਿਆਂ ਨੂੰ ਬਾਹਰ ਕੱਢਿਆ ਗਿਆ, ਸਾਹਿਬਜ਼ਾਦਿਆਂ ਨੂੰ ਬਾਹਰ ਕੱਢਿਆ ਗਿਆ। ਕਹਿੰਦੇ ਜੋ ਮਨ ਪਸੰਦ ਹੈ ਨਾ ਤੁਸੀਂ ਲੈ ਲਵੋ, ਤੁਹਾਨੂੰ ਛੱਡ ਦਿੱਤਾ ਜਾਵੇਗਾ। ਛੋਟਾ ਬੱਚਾ ਜਦੋਂ ਵੀ ਦੇਖਦਾ ਹੈ ਬਾਜ਼ਾਰ ਦੇ ਵਿੱਚ ਜਾ ਕਰਕੇ ਤੱਕਦਾ ਖਿਡੌਣਿਆਂ ਦੀ ਦੁਕਾਨ ਨੂੰ, ਤੇ ਖਿਡੌਣੇ ਤੱਕਦਾ, ਖਿਡੌਣੇ ਦੇਖਦਾ, ਖਿਡੌਣੇ ਮੰਗਦਾ ਹੈ। ਇਹਨਾਂ ਦੀ ਨਿਗਾਹ ਖਿਡੌਣਿਆਂ ਵੱਲ ਨਹੀਂ ਗਈ। ਖਾਣ ਪੀਣ ਦੀ ਮੰਗ ਕਰਦਾ ਹੈ, ਇਹਨਾਂ ਦੀ ਗੱਲ ਮਠਿਆਈ ਵੱਲ ਨਹੀਂ ਗਈ, ਇਹਨਾਂ ਦਾ ਧਿਆਨ ਮਠਿਆਈ ਵੱਲ ਨਹੀਂ ਗਿਆ। ਸਿੱਧੇ ਹੀ ਜਾ ਕਰਕੇ ਇੱਕ ਵੀਰ ਨੇ ਤੀਰ ਕਮਾਨ ਚੱਕ ਲਿਆ ਤੇ ਇੱਕ ਨੇ ਲੱਕੜ ਦੀ ਕਿਰਪਾਨ ਚੁੱਕ ਲਈ। ਕਹਿੰਦੇ ਵੀ ਇਹਦੇ ਨਾਲ ਤੁਸੀਂ ਕੀ ਕਰਨਾ ਚਾਹੁੰਦੇ ਹੋ। ਕਹਿੰਦੇ ਬੇਸ਼ੱਕ ਇਹ ਲੱਕੜ ਦੇ ਨੇ, ਪਰ ਅਸੀਂ ਲੱਕੜਦਿਆਂ ਦੇ ਨਾਲ ਵੀ ਤੁਹਾਨੂੰ ਮਾਰ ਸਕਦੇ ਹਾਂ। ਹੁਣ ਉਹ ਸੁੱਚਾ ਆਨੰਦ ਨੇ ਦਰਸਾ ਦਿੱਤਾ, ਕਹਿੰਦੇ ਦੇਖੋ ਇਹ ਤਾਂ ਲੱਕੜ ਦੇ ਹਥਿਆਰ ਲੈ ਕਰਕੇ ਮਾਣ ਨਹੀਂ, ਜੇ ਇਹਨਾਂ ਦੇ ਵਿੱਚ ਹੱਥਾਂ ਦੇ ਵਿੱਚ ਸੱਚੀ ਮੁੱਚੀ ਦੇ ਹਥਿਆਰ ਆ ਗਏ ਤੇ ਤਾਂ ਨੁਕਸਾਨ ਕਰਨਗੇ। ਕਹਿੰਦੇ ਨੇ ਫੇਰ ਉੱਥੇ ਨਾ ਕਚਹਿਰੀ ਤੋਂ ਬਾਹਰ ਹੀ ਇੱਕ ਪਿੱਪਲ ਦੇ ਦਰਖਤ ਦੇ ਨਾਲ ਸਾਹਿਬਜ਼ਾਦਿਆਂ ਨੂੰ ਬੰਨ੍ਹ ਦਿੱਤਾ ਗਿਆ। ਬਾਹਰ ਬੰਨਿਆ ਹੋਇਆ ਹੈ ਤੇ ਬੰਨ੍ਹ ਕਰਕੇ ਨਾ ਤਾਂ ਉਸ ਦਿਨ ਤੋਂ ਕੁਝ ਖਾਣਾ ਪੀਣਾ ਦੇ ਲਈ ਦਿੱਤਾ ਹੈ, ਬਲਕਿ ਜਦੋਂ ਤੋਂ ਕੁੰਮੇ ਮਸ਼ਕੀ ਦੀ ਛੰਨ ਦੇ ਵਿੱਚੋਂ ਚੱਲੇ ਨੇ ਨਾ, ਉਸ ਤੋਂ ਬਾਅਦ ਕੋਈ ਵਧੀਆ ਤਰੀਕੇ ਦੇ ਨਾਲ ਭੋਜਨ ਪ੍ਰਸ਼ਾਦਾ ਪਾਣੀ ਨਹੀਂ ਮਿਲਿਆ। ਨਾ ਮੁਰਿੰਡੇ, ਨਾ ਸਹੇੜੀ, ਨਾ ਹੁਣ ਸਰਹੱਦ ਦੇ ਵਿੱਚ ਆਣ ਕਰਕੇ ਬਾਹਰ ਬੰਨੇ ਹੋਏ ਨੇ, ਭੁੱਖੇ ਤਿਹਾਏ ਨੇ। ਤੇ ਉਸ ਦਰਖਤ ਦੇ ਉੱਪਰ ਤੋਤਾ ਸੀ, ਕਹਿੰਦੇ ਉਹ ਉੜਿਆ ਤੋਤਾ। ਉਸ ਸਮੇਂ ਤੋਤਾ ਉੜਿਆ
ਤੇ ਤੋਤਾ ਉੜਦਾ ਹੋਇਆ ਆਪਣੇ ਮੁੱਖ ਦੇ ਵਿੱਚੋਂ ਬੋਲਣ ਲੱਗ ਪਿਆ। ਕੁਦਰਤ ਦੀ ਇੱਕ ਕਰੋਪੀ ਕਹਿ ਲਈਏ ਉਸ ਸਰਹੰਦ ਦੇ ਉੱਪਰ ਤੋਤਾ ਉੱਡ ਰਿਹਾ ਤੇ ਤੋਤਾ ਕਹਿ ਰਿਹਾ ਮੁਗਲਾਂ ਦੀ ਜੜ ਪੁੱਟੀ ਗਈ, ਮੁਗਲਾਂ ਦੀ ਜੜ ਪੁੱਟੀ ਗਈ। ਸ਼ਾਮ ਪਈ, ਵਾਪਸ ਭੇਜ ਦਿੱਤੇ। ਰਾਤ ਫਿਰ ਤਸੀਹੇ ਦਿੱਤੇ ਗਏ, ਠੰਡਾ ਬੁਰਜ। ਅਗਲਾ ਦਿਨ ਹੋਇਆ। ਅਗਲੇ ਦਿਨ ਅੱਜ ਮਾਤਾ ਨੇ, ਜੋ ਮਾਤਾ ਗੁਜਰੀ ਜੀ ਜਾਣੀ ਜਾਣ ਨੇ, ਆਪਣੇ ਸਾਹਿਬਜ਼ਾਦਿਆਂ ਦੇ ਸਰੀਰ ਦੇ ਉੱਪਰ ਕੇਸਰੀ ਵਸਤਰ ਸਜਾ ਦਿੱਤੇ ਨੇ। ਕੇਸਰੀ ਚੋਲੇ ਪਹਿਨਾਏ ਗਏ, ਆਪਣੀ ਹੱਥੀਂ ਦੁਮਾਲੇ ਸਜਾਏ ਗਏ। ਕਹਿੰਦੇ ਪੁੱਤਰੋ, ਅੱਜ ਮੈਨੂੰ ਪਤਾ ਹੈ ਤੁਸੀਂ ਵਾਪਸ ਨਹੀਂ ਆਉਂਦੇ। ਅੱਜ ਮੈਂ ਜਾਣਦੀ ਹਾਂ ਇਹ ਜ਼ਾਲਮ ਲੋਕ ਤੁਹਾਡੇ ਨਾਲ ਕੀ ਕਹਿਰ ਕਰਨਗੇ, ਪਰ ਯਾਦ ਰੱਖਿਓ ਵੀ ਕਿਤੇ ਡੋਲ ਨਾ ਜਾਇਓ। ਆਪਣੇ ਪਿਤਾ ਨੂੰ ਯਾਦ ਕਰ ਲਿਓ, ਆਪਣੇ ਬਾਬੇ ਨੂੰ ਯਾਦ ਕਰ ਲਿਓ। ਤੇ ਕਹਿੰਦੇ ਸਾਹਿਬਜ਼ਾਦਿਆਂ ਨੇ ਉਸ ਸਮੇਂ ਵਚਨ ਕੀਤਾ, ਕਹਿਣ ਲੱਗੇ ਮਾਤਾ ਫਿਰ ਕੀ ਹੈ, ਜੇ ਇਹ ਜਾਨ ਚਲੀ ਜਾਵੇ ਫਿਰ ਕੀ ਹੈ? ਇਹ ਤਾਂ ਹੋਵੇਗਾ ਨਾ ਤਨ ਧਰਮ ਦੀ ਖਾਤਰ ਕੌਮ ਦੇ ਲੇਖੇ ਲੱਗ ਗਿਆ। ਤੇ ਜਦੋਂ ਇਹ ਗੱਲ ਕਹੀ ਨਾ, ਮਾਤਾ ਨੇ ਦੋਨੋਂ ਸਾਹਿਬਜ਼ਾਦਿਆਂ ਨੂੰ ਆਪਣੇ ਗਲ ਦੇ ਨਾਲ ਲਾ ਲਿਆ ਸੀ। ਔਰ ਇਹ ਗੱਲਾਂ ਜਾ ਕਰਕੇ ਉਸ ਸਮੇਂ ਤੋਂ ਬਾਅਦ ਨੂਰੇ ਮਾਹੀ ਨੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਰਾਏ ਕੱਲੇ ਦੇ ਕੋਲ ਰਾਏਕੋਟ ਦੀ ਧਰਤੀ ਤੇ ਦਰਸਾਈਆਂ ਸਨ। ਇਹੋ ਹੀ ਵਿਚਾਰਾਂ ਕਿੰਜ ਕਿੰਜ ਸ਼ਹੀਦ ਕੀਤੇ ਗਏ। ਹੁਣ ਅਗਲਾ ਦਿਨ ਹੋਇਆ, ਕਚਹਿਰੀ ਵਿੱਚ ਫੇਰ ਪੇਸ਼ ਹੋਏ ਨੇ। ਤੇ ਹੁਣ ਪੈਂਦੇ ਸਾਰ ਹੀ ਕਚਹਿਰੀ ਦੇ ਵਿੱਚ ਕਹਿੰਦੇ ਸੂਬਾ ਵਜ਼ੀਰ ਖਾਂ ਕਹਿਣ ਲੱਗਾ ਹੁਣ ਕੀ ਕੀਤਾ ਜਾਏ। ਫਿਰ ਆਪਣੇ ਵੱਲੋਂ ਹੀ ਕਹਿੰਦਾ ਇਹਨਾਂ ਨੂੰ ਹੁਣ ਆਪਾਂ ਸਜ਼ਾ ਦੇਣੀ ਆ ਤੇ ਸੌਂਪ ਦਿੰਨੇ ਆ ਮਲੇਰਕੋਟਲੇ ਨਵਾਬ ਨੂੰ, ਸ਼ੇਰ ਮੁਹੰਮਦ ਖਾਨ ਨੂੰ ਸੌਂਪ ਦਿੰਨੇ ਆ। ਸ਼ੇਰ ਮੁਹੰਮਦ ਖਾਨ ਨੂੰ ਕਹਿਣਾ ਕੀਤਾ ਤੇਰੇ ਭਰਾ ਨੂੰ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਚਮਕੌਰ ਦੀ ਜੰਗ ਦੇ ਅੰਦਰ ਮਾਰਿਆ, 2 ਰੋਪੜ ਦੇ ਕੋਲ ਸ਼ਹੀਦ ਹੋਏ ਨੇ, ਜਾ ਹੁਣ ਆਪਣੇ ਭਰਾਵਾਂ ਦਾ ਬਦਲਾ ਲੈ ਲੈ। ਕਹਿਣ ਲੱਗਾ ਕਿਹੜੀਆਂ ਗੱਲਾਂ ਕਰਦੇ ਹੋ? ਭਰਾਵਾਂ ਦਾ ਬਦਲਾ ਇਹਨਾਂ ਸ਼ੀਰਖੋਰ ਬਾਲਕਾਂ ਤੋਂ, ਸ਼ੀਰਖੋਰ ਕਹਿੰਦੇ ਨੇ ਜਿਹੜੇ ਦੁੱਧ ਪੀਣ ਵਾਲੇ ਹੋਣ, ਉਹਨਾਂ ਬੱਚਿਆਂ ਤੋਂ ਲਵਾਂ? ਸ਼ਰਅ ਇਜਾਜ਼ਤ ਨਹੀਂ ਦਿੰਦੀ। ਮੈਂ ਬਦਲਾ ਲਹਾਂਗਾ ਜ਼ਰੂਰ, ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਲਵਾਂਗਾ, ਔਰ ਲਵਾਂਗਾ ਵੀ ਜੰਗ ਦੇ ਮੈਦਾਨ ਦੇ ਅੰਦਰ ਇਹਨਾਂ ਬੱਚਿਆਂ ਤੋਂ ਕੋਈ ਬਦਲਾ ਨਹੀਂ ਲਾਂਗਾ। ਇਹਨਾਂ ਕਹਿੰਦਾ ਉੱਠ ਖੜਾ ਹੋਇਆ, ਕਹਿਣ ਲੱਗੇ ਤੈਨੂੰ ਅਜੇ ਵੀ ਸਮਾਂ ਹੈ, ਬਦਲਾ ਲੈ ਲੈ। ਕਹਿੰਦਾ ਜੇ ਤੁਸੀਂ ਇਹਨਾਂ ਬੱਚਿਆਂ ਦਾ ਨੁਕਸਾਨ ਪਹੁੰਚਾਇਆ ਤੇ ਯਾਦ ਰੱਖਿਓ ਮੁਗਲ ਸਲਤਨਤ ਦੀਆਂ ਜੜ੍ਹਾਂ ਪੁੱਟੀਆਂ ਜਾਣਗੀਆਂ, ਮੁਗਲ ਸਲਤਨਤ ਨਹੀਂ ਰਹੇਗੀ। ਇੰਨਾ ਕਹਿੰਦਾ ਹੋਇਆ ਬਾਹਰ ਨਿਕਲ ਗਿਆ। ਹੁਣ ਕਾਜੀ ਨੂੰ ਫੇਰ ਸੂਬੇ ਵਜ਼ੀਰ ਖਾਨ ਨੇ ਕਹਿਣਾ ਕੀਤਾ ਵੀ ਦੱਸ ਹੁਣ ਕੀ ਕੀਤਾ ਜਾਵੇ। ਇਹ ਬੱਚੇ ਨਹੀਂ, ਇਹ ਬੱਚੇ ਨੁਕਸਾਨ ਕਰਨਗੇ ਸਾਡਾ। ਝੂਠਾ ਆਨੰਦ ਜਾਂ ਕਹਿ ਦਈਏ ਸੁੱਚਾ ਆਨੰਦ। ਧਿਆਨ ਮਾਰੋ, ਰਿਸ਼ਤੇਦਾਰੀ ਉਵੇਂ ਹੀ ਚੱਲਦੀ ਹੈ। ਇੱਕ ਪਾਸੇ ਬਾਬਰ ਕੇ ਨੇ ਤੇ ਇੱਕ ਪਾਸੇ ਬਾਬੇ ਕੇ ਨੇ, ਇੱਕ ਪਾਸੇ ਬਾਬੇ ਕੇ, ਇੱਕ ਪਾਸੇ ਬਾਬਰ ਕੇ। ਇਹ ਸੁੱਚਾ ਆਨੰਦ ਉਹੀ ਹੈ। ਕਿਸੇ ਸਮੇਂ ਚੰਦੂ ਨੇ ਆਪਣੀਆਂ ਕਰਤੂਤਾਂ ਖਾਤਰ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੂੰ ਤੱਤੀ ਤਵੀ ਤੇ ਬਿਠਾਇਆ ਸੀ, ਆਪਣੀਆਂ ਕਰਤੂਤਾਂ ਖਾਤਰ। ਚੰਦੂ ਦਾ ਪੁੱਤਰ ਸੁੱਚਾ ਆਨੰਦ ਚੰਦੂ ਦੇ ਪੁੱਤਰ ਦਾ ਕੁੜਮ ਹੈ ਰਿਸ਼ਤੇਦਾਰੀ ਦੇ ਵਿੱਚ, ਇਹ ਕੁੜਮ ਹੈ। ਹੁਣ ਪਹਿਲੋਂ ਹੀ ਲੱਗਦੀ ਆ ਰਹੀ ਹੈ ਗੁਰੂ ਘਰ ਦੇ ਨਾਲ, ਉਹ ਕਿੱਥੇ ਚੰਗਾ ਸੋਚੇਗਾ ਗੁਰੂ ਘਰ ਦੇ ਲਈ। ਤੇ ਚੰਦੂ ਸੁੱਚਾ ਆਨੰਦ ਨੇ ਕਹਿਣਾ ਕੀਤਾ ਵੀ ਹੁਣ ਇਹਨਾਂ ਨੂੰ ਛੱਡਣਾ ਨਹੀਂ ਚਾਹੀਦਾ। ਕਾਜ਼ੀ ਨੂੰ ਪੁੱਛਣਾ ਕੀਤਾ ਕੀ ਫਤਵਾ ਲਾਇਆ ਜਾਵੇ। ਕਹਿੰਦੇ ਜੀ ਇਹਨਾਂ ਨੂੰ ਫਤਵਾ ਲਗਾ ਦਿੱਤਾ ਜਾਵੇ ਨੀਹਾਂ ਵਿੱਚ ਚਿਣ ਦਿਓ। ਨੀਹਾਂ ਵਿੱਚ ਚੜਨ ਦਾ ਇੰਤਜ਼ਾਮ ਕੀਤਾ ਗਿਆ, ਪਰ ਬਦਕਿਸਮਤੀ ਇਹ ਸਰਹੰਦ ਦੇ ਵਿੱਚ ਕੋਈ ਰਾਜ ਮਿਸਤਰੀ ਨਹੀਂ ਮਿਲ ਰਿਹਾ ਵੀ ਜਿਹੜਾ ਬੱਚਿਆਂ ਨੂੰ ਨੀਹਾਂ ਦੇ ਵਿੱਚ ਚਿਣ ਦਿੱਤਾ ਜਾਵੇ। ਜਦੋਂ ਇਹ ਫਤਵੇ ਦੀ ਗੱਲ ਸਾਰੇ ਸਰਹੰਦ ਦੇ ਵਿੱਚ ਪਹੁੰਚੀ ਹੈ ਨਾ, ਸਿੱਖ ਉੱਠੇ ਨੇ ਉਸ ਸਮੇਂ ਵੀ ਸਰਹੰਦ ਦੇ ਵਿੱਚੋਂ, ਆਪਸ ਦੇ ਵਿੱਚ ਸਲਾਹਾਂ ਹੋਣ ਲੱਗੀਆਂ ਨੇ, ਮਸ਼ਵਰੇ ਹੋਣ ਲੱਗੇ ਨੇ। ਸਿੱਖਾਂ ਨੇ ਕਹਿਣਾ ਕੀਤਾ, ਕਹਿੰਦੇ ਅਸੀਂ ਪੈਸੇ ਇਕੱਠੇ ਕਰਕੇ ਬੱਚਿਆਂ ਨੂੰ ਬਚਾ ਲਈਏ ਪੈਸੇ ਦੇ ਕਰਕੇ। ਤੇ ਉਸ ਸਮੇਂ ਕਿਸੇ ਸਿਆਣੇ ਸਿੱਖ ਨੇ ਕਹਿ ਦਿੱਤਾ, ਕਹਿੰਦੇ ਤੁਸੀਂ ਪੈਸੇ ਵੀ ਦੇ ਦਿਓਗੇ ਨਾ ਤੇ ਇਹ ਹੁਣ ਸੂਬਾ ਵਜ਼ੀਰ ਖਾਂ
ਬੱਚਿਆਂ ਨੂੰ ਸਾਹਿਬਜ਼ਾਦਿਆਂ ਨੂੰ ਛੱਡਣ ਵਾਲਾ ਨਹੀਂ। ਇਹਨੇ ਮਨ ਦੇ ਵਿੱਚ ਧਾਰ ਲਿਆ ਵੀ ਹੁਣ ਇਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਸ਼ਹੀਦ ਕਰ ਹੀ ਦਿੱਤਾ ਜਾਵੇਗਾ। ਪੈਸੇ ਵੀ ਚਲੇ ਜਾਣੇ ਨੇ ਤੇ ਬੱਚੇ ਵੀ ਬਚਣੇ ਨਹੀਂ। ਉਹਦੇ ਕਹਿਣ ਦਾ ਜੋ ਭਾਵ ਸੀ ਨਾ, ਆਪਾਂ ਦੇਖਿਆ ਹੀ ਹੈ। ਸਾਹਿਬਜ਼ਾਦਿਆਂ ਨੂੰ ਨੀਹਾਂ ਦੇ ਵਿੱਚ ਚੜ੍ਹਨ ਦਾ ਹੁਕਮ ਕੀਤਾ ਗਿਆ। ਬੜੀ ਮੁਸ਼ਕਲ ਦੇ ਨਾਲ ਇੱਕ ਰਾਜ ਨੂੰ ਲੱਭ ਕਰਕੇ ਲਿਆਂਦਾ ਗਿਆ। ਰਾਜਗਰੀ ਕਰਦਾ ਹੈ। 2 ਜਲਾਦ ਵੀ ਚਾਹੀਦੇ ਨੇ ਜਿਨ੍ਹਾਂ ਨੇ ਜਿਵਾ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਨੂੰ। ਜਲਾਦ ਕੋਈ ਮੰਨਣ ਲਈ ਤਿਆਰ ਨਹੀਂ। ਉਹ ਸਮੇਂ ਦਿੱਲੀ ਦੇ ਵਿੱਚ ਉਹਨਾਂ ਦਾ ਕੇਸ ਚੱਲ ਰਿਹਾ ਸੀ। ਆਪਣੀ ਤਰੀਕ ਭੁਗਤਣ ਲਈ ਸਰਹੰਦ ਦੇ ਵਿੱਚ ਆਏ ਹੋਏ ਨੇ 2 ਜਲਾਦ, ਸਮਾਣੇ ਦੇ ਰਹਿਣ ਵਾਲੇ ਸ਼ਾਸਲ ਬੇਗ ਤੇ ਵਾਸ਼ਲ ਬੇਗ। ਉਹਨਾਂ ਨੂੰ ਪੁੱਛਣਾ ਕੀਤਾ ਵੀ ਤੁਸੀਂ ਆਪਣੀ ਜਲਾਦੀ ਦਾ ਕਹਿਰ ਦਿਖਾ ਦਿਓ। ਕਹਿੰਦੇ ਕਰ ਸਕਦੇ ਆ ਕੰਮ, ਪਰ ਸਾਡੇ ਉੱਪਰ ਜਿਹੜੇ ਕੇਸ ਚੱਲ ਰਹੇ ਨੇ ਨਾ, ਉਹਨਾਂ ਕੇਸਾਂ ਨੂੰ ਖਾਰਜ ਕਰ ਦਿੱਤਾ ਜਾਵੇ। ਅੱਜ ਵੀ ਕਹਿੰਦੇ ਨੇ ਨਾ, ਭਰਾ ਨਾ ਭਰਾ ਦੀ ਲੜਾਈ ਹੋਵੇ ਤੇ ਦੂਸਰਾ ਤੀਸਰਾ ਆਣ ਕਰਕੇ ਕਹਿ ਦਿੰਦਾ ਮੇਰੇ ਕੇਸ ਖਤਮ ਕਰ ਦਿਓ, ਮੈਂ ਇਹਨਾਂ ਨੂੰ ਲੜਾ ਕਰਕੇ ਮਰਵਾ ਹੀ ਦਿਆਂਗਾ। ਸ਼ਾਸਲ ਵੇਗ ਤੇ ਵਾਸ਼ਲ ਵੇਗ ਮੰਨ ਗਏ ਨੇ। ਨੀਆਂ ਚੜੀਆਂ ਜਾਣ ਲੱਗੀਆਂ। ਗੋਡਿਆਂ ਤੇ ਆਈ ਕੰਧ ਤੇ ਚੱਪਣੀਆਂ ਝਾੜ ਦਿੱਤੀਆਂ। ਖੂਨ ਵਗਦਾ ਹੈ, ਲਹੂ ਸਿਮਦਾ ਹੈ। ਮੋਢਿਆਂ ਤੇ ਕੰਧ ਗਈ। ਦੋਨੋਂ ਹੀ ਸਾਹਿਬਜ਼ਾਦੇ ਉੱਥੇ ਆਣ ਕਰਕੇ ਬੇਹੋਸ਼ ਹੋ ਗਏ। ਕੰਧ ਡਿੱਗ ਪਈ, ਧਰਤੀ ਤੇ ਉਹ ਵੀ ਡਿੱਗੇ ਨੇ। ਕੁਝ ਸਮਾਂ ਕਹਿੰਦੇ ਉਸੇ ਤਰ੍ਹਾਂ ਰੱਖਿਆ ਗਿਆ। ਬਾਅਦ ਦੇ ਵਿੱਚ ਉਹਨਾਂ ਨੂੰ ਹੋਸ਼ ਦੇ ਵਿੱਚ ਲਿਆਉਣ ਦੇ ਲਈ ਮਮੀਰਾ ਪਿਲਾਇਆ ਗਿਆ। ਮਮੀਰਾ ਪਿਲਾ ਕਰਕੇ ਹੋਸ਼ ਦੇ ਵਿੱਚ ਲਿਆਂਦਾ। ਹੋਸ਼ ਦੇ ਵਿੱਚ ਲਿਆ ਕਰਕੇ ਤੇ ਉਹਨਾਂ ਨੂੰ ਜਿਵਾ ਕਰ ਦਿੱਤਾ ਗਿਆ। ਭਾਵ ਸਾਹ ਰਗਾਂ ਵੱਢ ਦਿੱਤੀਆਂ ਗਈਆਂ। ਸ਼ਹੀਦ ਕਰ ਦਿੱਤੇ ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦੇ। ਤੇ ਕਿਸੇ ਲੇਖਕ ਨੇ ਬੜਾ ਦਰਦ ਭਰਿਆ ਉੱਥੇ ਗੱਲ ਲਿਖੀ ਹੈ। ਬੜੀ ਮੁਸ਼ਕਲ ਹੈ ਗੱਲ ਲਿਖਣੀ। ਕਹਿੰਦੇ ਬਾਬਾ ਜ਼ੋਰਾਵਰ ਸਿੰਘ ਤਾਂ 2-4 ਮਿੰਟਾਂ ਦੇ ਵਿੱਚ ਹੀ ਉਹਨਾਂ ਦਾ ਸਰੀਰ ਸ਼ਾਂਤ ਹੋ ਗਿਆ। ਬਾਬਾ ਫਤਿਹ ਸਿੰਘ ਮੁਖ ਤੋਂ ਤਾਂ ਕੁਝ ਬੋਲ ਨਹੀਂ ਸੀ ਸਕਦੇ। ਪੈਰ ਹਿੱਲਦੇ ਸਨ। ਤੜਫਦਿਆਂ 10 ਮਿੰਟ ਲੰਘੇ ਨੇ। 10 ਮਿੰਟਾਂ ਬਾਅਦ ਉਹ ਸਰੀਰ ਸ਼ਾਂਤ ਹੋਇਆ ਹੈ। 10 ਮਿੰਟ। ਆਖਰਕਾਰ ਗੁਰੂ ਪਿਆਰਿਓ, ਆਪਾਂ ਇਸ ਗੱਲ ਨੂੰ ਭਲੀ ਪ੍ਰਕਾਰ ਜਾਣਦੇ ਹਾਂ। ਉਹ ਬਾਬਾ ਫਤਿਹ ਸਿੰਘ ਨੇ ਜਿਨ੍ਹਾਂ ਨੇ ਇਸ ਸੰਸਾਰ ਦੇ ਵਿੱਚ ਇਹੋ ਜਿਹੀ ਜੰਗ ਦੇ ਉੱਪਰ ਫਤਿਹ ਪਾਈ। ਅੱਜ ਦੁਨੀਆ ਦੇ ਸਾਰੇ ਨਕਸ਼ੇ ਦੇ ਅੰਦਰ ਉਹਨਾਂ ਦੇ ਉਸ ਸਥਾਨ ਨੂੰ ਯਾਦ ਕੀਤਾ ਜਾਂਦਾ ਜਿੱਥੇ ਸਰਹੰਦ ਸੀ। ਅੱਜ ਸਰਹੰਦ ਦੀ ਨੀਂਹ ਪੁੱਟੀ ਗਈ ਤੇ ਬਾਬਾ ਫਤਿਹ ਸਿੰਘ ਜੀ ਦੇ ਨਾਮ ਦੇ ਉੱਪਰ ਨਗਰ ਵਸ ਗਿਆ ਹੈ। ਬਾਬਾ ਫਤਿਹ ਸਿੰਘ ਦੇ ਨਾਮ ਦੇ ਉੱਪਰ ਨਗਰ ਵਸਿਆ ਫਤਿਹਗੜ੍ਹ ਸਾਹਿਬ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਜਦੋਂ ਇਹ ਸਾਰੀ ਵਾਰਤਾ ਨੂੰ ਨੂਰੇ ਮਾਹੀ ਪਾਸੋਂ ਸੁਣਿਆ ਸੀ ਨਾ, ਤੇ ਮਨ ਹੀ ਮਨ ਦੇ ਵਿੱਚ ਵਿਚਾਰ ਜ਼ਰੂਰ ਪੈਦਾ ਹੋਈ ਹੋਵੇਗੀ ਵੀ ਇਹ ਇਹੋ ਜਿਹੇ ਜ਼ਾਲਮ ਲੋਕ ਜਿਹੜੇ ਬੱਚਿਆਂ ਦੇ ਉੱਪਰ ਵੀ ਤਰਸ ਨਹੀਂ ਕਰਦੇ, ਜਿਨ੍ਹਾਂ ਨੇ ਬੱਚਿਆਂ ਨੂੰ ਵੀ ਕੋਹ ਕਰਕੇ ਸ਼ਹੀਦ ਕਰ ਦਿੱਤਾ, ਜਿਨ੍ਹਾਂ ਨੇ ਬੱਚਿਆਂ ਦੇ ਉੱਪਰ ਵੀ ਕਿਸੇ ਪ੍ਰਕਾਰ ਦਾ ਤਰਸ ਨਾ ਕਰਦਿਆਂ ਹੋਇਆਂ ਉਹਨਾਂ ਨੂੰ ਛੱਡਿਆ ਨਹੀਂ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹਨਾਂ ਸਾਹਿਬਜ਼ਾਦਿਆਂ ਦੀ ਬਦੌਲਤ ਵੀ ਅੱਜ ਆਪਣਾ ਨਾਮ ਫਕਰ ਦੇ ਨਾਲ ਦੁਨੀਆ ਦੇ ਮੁੱਖ ਦੇ ਉੱਪਰ, ਦੁਨੀਆ ਦੇ ਗੁਰਸਿੱਖਾਂ ਦੇ ਜ਼ੁਬਾਨ ਦੇ ਉੱਪਰ ਦੁਹਰਾਉਂਦੇ ਨੇ। ਸਾਹਿਬਜ਼ਾਦਿਆਂ ਦੀ ਬਦੌਲਤ, ਉਹਨਾਂ ਸਾਹਿਬਜ਼ਾਦਿਆਂ ਦੀ ਇਹ ਸ਼ਹਾਦਤ ਸੀ ਗੁਰੂ ਪਿਆਰਿਓ। ਜੇ ਸ਼ਹਾਦਤ ਦੀ ਬਦੌਲਤ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਦੁਆਰਾ ਇੰਨੀ ਸੋਝੀ ਮਿਲਣੀ, ਛੋਟੀ ਜਿਹੀ ਉਮਰ ਦੇ ਵਿੱਚ ਹੀ ਐਡੀਆਂ ਵੱਡੀਆਂ ਗੱਲਾਂ ਕਰ ਜਾਣੀਆਂ। ਕਈਆਂ ਲੇਖਕਾਂ ਨੇ ਤਾਂ ਇੱਥੇ ਤੱਕ ਲਿਖ ਮਾਰਿਆ, ਕਹਿੰਦੇ ਨਿੱਕੀਆਂ ਜਿੰਦਾਂ ਵੱਡੇ ਸਾਕੇ। ਬਾਬਾ ਸ਼ਬਦ ਬੜਾ ਸਤਿਕਾਰਯੋਗ ਹੈ। ਲੋਕ ਅੱਜ ਤਾਂ ਜਿਹਦੇ ਤੇ ਮਰਜ਼ੀ ਵਰਤ ਲੈਂਦੇ ਨੇ, ਬੜਾ ਸਤਿਕਾਰਯੋਗ ਹੈ। ਔਰ ਮੇਰੇ ਖਿਆਲ ਹੈ ਪਹਿਲੀ ਵਾਰੀ ਬਾਬਾ ਸ਼ਬਦ ਬਾਬਾ ਬੁੱਢਾ ਜੀ ਨੂੰ ਮਿਲਿਆ ਸੀ। ਉਮਰ ਦੇ ਵਿੱਚ ਸਿਆਣੇ ਸਨ। 6 ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਗੁਰਤਾ ਗੁਰਗੱਦੀ ਦਾ ਟਿੱਕਾ ਉਹਨਾਂ ਨੇ ਆਪਣੇ ਹੱਥੀਂ ਕੀਤਾ ਹੈ, ਤਿਲਕ ਆਪਣੇ ਹੱਥੀਂ ਦਿੱਤਾ ਹੈ।
9 ਗੁਰੂ ਸਾਹਿਬਾਂ ਦੇ ਉਹਨਾਂ ਨੇ ਦਰਸ਼ਨ ਕੀਤੇ ਸਨ ਆਪਣੇ ਜੀਵਨ ਦੇ ਵਿੱਚ। 125 ਸਾਲ ਦੀ ਬਾਬਾ ਬੁੱਢਾ ਜੀ ਦੀ ਉਮਰ ਸੀ। ਉਹਨਾਂ ਨੂੰ ਤਾਂ ਬਾਬਾ ਬੁੱਢਾ ਜੀ ਕਿਹਾ ਜਾਂਦਾ ਸੀ, ਪਰ ਉਹ ਹੀ ਸ਼ਬਦ ਬਦਲੀ ਹੋ ਕਰਕੇ ਬਾਬਾ ਫਤਿਹ ਸਿੰਘ ਦੇ ਨਾਮ ਦੇ ਨਾਲ ਲੱਗ ਗਿਆ। ਕਿਉਂ? ਉਹਨਾਂ ਵਰਗੀ ਸਿਆਣਪ ਕਿਸੇ ਵਿੱਚ ਨਹੀਂ। ਆਪਣੇ ਆਪ ਨੂੰ ਜਿੰਨੇ ਮਰਜ਼ੀ ਅਸੀਂ ਵੱਡੇ ਗੁਰਸਿੱਖ ਵਾ ਲਈਏ, ਪਰ ਉਹਨਾਂ ਦੀਆਂ ਰੀਸਾਂ ਕਰਨੀਆਂ, ਉਹਨਾਂ ਦੀ ਰੀਤਾਂ ਦੇ ਉੱਪਰ ਤੁਰਨਾ, ਉਹਨਾਂ ਦੇ ਪਾਏ ਪੂਰਨਿਆਂ ਦੇ ਉੱਪਰ ਤੁਰਨਾ ਸਾਡੇ ਲਈ ਬੜਾ ਮੁਸ਼ਕਲ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ, ਸਤਿਗੁਰੂ ਮਹਾਰਾਜ ਜੀ ਕਿਰਪਾ ਕਰਨ। ਮੈਂ ਇਹ ਜ਼ਰੂਰ ਆਖਾਂਗਾ ਵੀ ਕਮ ਸੇ ਕਮ ਆਹ ਜਿਹੜੇ ਦਿਨ ਚੱਲਦੇ ਹੁੰਦੇ ਨੇ ਨਾ, ਉਹਨਾਂ ਸਾਹਿਬਜ਼ਾਦਿਆਂ ਨੂੰ ਜਿਨ੍ਹਾਂ ਦੀਆਂ ਇੰਨੀਆਂ ਮਹਾਨ ਕੁਰਬਾਨੀਆਂ ਨੇ, ਦੁਨੀਆ ਦੇ ਲੋਕ, ਵੱਡੇ ਵੱਡੇ ਫਿਲਾਸਫਰ, ਵੱਡੇ ਵੱਡੇ ਦੁਨੀਆ ਦੇ ਹੋਰ ਧਰਮਾਂ ਦੇ ਲੋਕ ਵੀ ਉਹਨਾਂ ਨੂੰ ਪੂਜਦੇ ਨੇ, ਸਤਿਕਾਰ ਦਿੰਦੇ ਨੇ। ਕਹਿੰਦੇ ਇਹੋ ਜਿਹੀ ਕੁਰਬਾਨੀ ਕਿਸੇ ਧਰਮ ਦੇ ਵਿੱਚ ਨਹੀਂ ਜਿਹੋ ਜਿਹੀ ਕੁਰਬਾਨੀ ਛੋਟੇ ਸਾਹਿਬਜ਼ਾਦੇ ਸਰਹੰਦ ਦੀਆਂ ਨੀਆਂ ਨੂੰ ਪੁੱਟਦਿਆਂ ਹੋਇਆਂ ਫਤਿਹਗੜ੍ਹ ਸਾਹਿਬ ਵਸਾ ਕਰਕੇ ਦੇ ਕੇ ਗਏ ਨੇ। ਮੈਂ ਕਿਹਾ ਸੀ ਨਾ ਵੀ ਇਹ ਧਰਤੀ ਬੜੀ ਕਮਾਲ ਦੀ ਹੈ। ਇੱਕ ਪਾਸੇ ਗੁਰਸਿੱਖ ਕਹਿੰਦੇ ਨੇ ਵੀ ਪੈਸੇ ਇਕੱਠੇ ਕਰਕੇ ਦੇ ਦਿੰਦੇ ਆ ਤੇ ਇਹਨਾਂ ਤੋਂ ਛੁਡਾ ਲੈਣੇ, ਨਹੀਂ ਛੁਡਾ ਸਕਦੇ ਸਨ। ਕਾਰਨ ਕੀ ਸੀ? ਜਿਨ੍ਹਾਂ ਨੇ ਟੋਡਰ ਮੱਲ ਵਰਗਿਆਂ ਨੇ ਪੈਸੇ ਵੀ ਦਿੱਤੇ ਨਾ। ਆਖਰੀ ਘਟਨਾ ਫੇਰ ਕਹਿ ਜਾਵਾਂ, ਮੈਂ ਸਮਾਪਤੀ ਕਰਨ ਲੱਗਾ। ਕਹਿੰਦੇ ਜਦੋਂ ਸ਼ਹੀਦ ਹੋ ਗਏ ਨਾ ਸਾਹਿਬਜ਼ਾਦੇ, ਉਹਨਾਂ ਦੇ ਸਰੀਰ ਚੁੱਕ ਕਰਕੇ ਨਾ ਜੰਗਲ ਦੇ ਵਿੱਚ ਸੁੱਟ ਦਿੱਤੇ ਗਏ। ਜੰਗਲ ਦੇ ਵਿੱਚ ਸੁੱਟ ਦਿੱਤੇ ਗਏ ਤੇ ਉਸ ਜੰਗਲ ਦੇ ਵਿੱਚ ਆਣ ਕਰਕੇ ਕੋਈ ਜਾਨਵਰ ਨਾ ਨੁਕਸਾਨ ਪਹੁੰਚਾਏ, ਇੱਕ ਸ਼ੇਰ ਆਣ ਕਰਕੇ ਉੱਥੇ ਬੈਠ ਗਿਆ। ਦੇਖੋ ਇਹ ਇਤਿਹਾਸ ਵਿੱਚ ਦਰਜ ਗੱਲਾਂ ਨੇ, ਕੋਈ ਇੱਧਰ ਉੱਧਰ ਦੀਆਂ ਐਵੇਂ ਗੱਲਾਂ ਨਹੀਂ। ਸ਼ੇਰ ਆਣ ਕਰਕੇ ਬੈਠ ਗਿਆ ਕਿਉਂਕਿ ਉਹਨਾਂ ਨੂੰ ਪਤਾ ਸੀ ਵੀ ਅਸੀਂ ਤਾਂ ਇਹਨਾਂ ਦਾ ਸੰਸਕਾਰ ਕਰਨਾ ਨਹੀਂ, ਉਹ ਤਾਂ ਦੱਬਦੇ ਹੁੰਦੇ ਨੇ ਮਨੁੱਖ ਨੂੰ, ਕਿਹੜਾ ਕੋਸ਼ਿਸ਼ ਕਰੇਗਾ। ਸ਼ੇਰ ਆਣ ਕਰਕੇ ਬੈਠ ਗਿਆ। ਜਦੋਂ ਸਾਰੇ ਸਰਹੰਦ ਦੇ ਵਿੱਚ ਪਤਾ ਲੱਗਾ ਵੀ ਉਹਨਾਂ ਦੇ ਸਰੀਰਾਂ ਨੂੰ ਜੰਗਲ ਦੇ ਵਿੱਚ ਸੁੱਟ ਦਿੱਤਾ ਗਿਆ, ਟੋਡਰ ਮੱਲ ਚੱਲ ਕਰਕੇ ਉੱਥੇ ਆਇਆ ਹੈ। ਟੋਡਰ ਮੱਲ ਨੇ ਹੁਣ ਜਾ ਕਰਕੇ ਦੇਖ ਕਰਕੇ ਰੂਹਾਂ ਨੂੰ, ਦੇਖ ਕਰਕੇ ਸਰੀਰਾਂ ਨੂੰ, ਵਜ਼ੀਰ ਖਾਂ ਦੀ ਕਚਹਿਰੀ ਵਿੱਚ ਜਾ ਕਰਕੇ ਹੱਥ ਜੋੜ ਕਰਕੇ ਕਹਿਣਾ ਕੀਤਾ ਵੀ ਮੈਨੂੰ ਕੁਝ ਜ਼ਮੀਨ ਦੇ ਦਿੱਤੀ ਜਾਵੇ, ਮੈਂ ਉਹਨਾਂ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰੀ ਜੀ ਦਾ ਸਤਿਕਾਰ ਕਰਦਿਆਂ ਹੋਇਆਂ ਸੰਸਕਾਰ ਕਰ ਦੇਵਾਂ। ਕਹਿੰਦੇ ਮੁੱਲ ਮਿਲੇਗੀ ਜ਼ਮੀਨ, ਜਿੰਨੀਆਂ ਮੋਹਰਾਂ ਤੂੰ ਵਿਛਾ ਦੇਵੇਂਗਾ ਓਨੀ ਜ਼ਮੀਨ ਮਿਲ ਜਾਵੇਗੀ। ਵਿਛਾਉਣ ਦੀ ਗੱਲ ਨਹੀਂ, ਖੜੀਆਂ ਕਰਵਾਈਆਂ ਮੋਹਰਾਂ। ਤੇ ਟੋਡਰ ਮੱਲ ਨੂੰ ਜਿੰਨੀਆਂ ਮੋਹਰਾਂ ਸਨ ਟੋਡਰ ਮੱਲ ਕੋਲ ਉਹ ਸਾਰੀਆਂ ਖੜੀਆਂ ਕਰ ਦਿੱਤਾ। ਪਰ ਫਿਰ ਵੀ ਕੁਝ ਹਿੱਸਾ ਧਰਤੀ ਦਾ ਵੀ 3 ਲਾਸ਼ਾਂ 3 ਸਰੀਰ ਉਸ ਧਰਤੀ ਦੇ ਉੱਪਰ ਉੱਥੇ ਸੰਸਕਾਰ ਕੀਤਾ ਜਾਵੇ, ਇੰਨੀ ਜਗ੍ਹਾ ਘਟ ਗਈ। ਤੇ ਕਹਿੰਦੇ ਨੇ ਟੋਡਰ ਮੱਲ ਨੇ ਆਪਣਾ ਘਰ, ਆਪਣਾ ਬਾਰ, ਆਪਣਾ ਜ਼ਮੀਨ ਜਾਇਦਾਦ ਸਭ ਕੁਝ ਹੀ ਵੇਚ ਦਿੱਤਾ ਸੀ। ਸਭ ਕੁਝ। ਅਜਿਹੇ ਗੁਰਸਿੱਖ ਵੀ ਨੇ, ਸਭ ਕੁਝ ਹੀ ਵੇਚ ਕਰਕੇ ਲਿਆ ਕਰਕੇ ਮੋਹਰਾਂ ਖੜੀਆਂ ਕਰਕੇ ਉਹ ਧਰਤੀ ਲਈ। ਐਡੀ ਮਹਿੰਗੀ ਧਰਤੀ ਦੁਨੀਆ ਦੇ ਵਿੱਚ ਅੱਜ ਤੱਕ ਤੱਕੀ ਨਹੀਂ ਹੋਵੇਗੀ ਕਿਸੇ ਨੇ। ਜ਼ਮੀਨਾਂ ਅਸੀਂ ਖਰੀਦਦੇ ਵੀ ਹਾਂ, ਅਸੀਂ ਵੇਚਦੇ ਵੀ ਹਾਂ, ਪਰ ਜਿਹੜਾ ਭਾਅ, ਜਿਹੜਾ ਮੁੱਲ ਉਸ ਟੋਡਰ ਮੱਲ ਨੇ ਉਸ ਜ਼ਮੀਨ ਦਾ ਦਿੱਤਾ ਹੈ ਨਾ, ਉਹ ਅੱਜ ਤੱਕ ਕੋਈ ਦੇ ਨਹੀਂ ਸਕਿਆ। ਜ਼ਮੀਨ ਲੈ ਕਰਕੇ ਮੋਹਰਾਂ ਖੜੀਆਂ ਕਰਕੇ ਸੰਸਕਾਰ ਵੀ ਕਰ ਦਿੱਤਾ ਗਿਆ। ਆਖਰਕਾਰ ਜ਼ਾਲਮਾਂ ਦਾ ਜ਼ੁਲਮ ਜਿਹੜਾ ਰੁਕਿਆ ਨਹੀਂ। ਟੋਡਰ ਮੱਲ ਨੂੰ ਤੇ ਟੋਡਰ ਮੱਲ ਦੇ ਪਰਿਵਾਰ ਨੂੰ ਕੋਹਲੂ ਦੇ ਵਿੱਚ ਪੀੜ ਕਰਕੇ ਸਦਾ ਵਾਸਤੇ ਜਿਉਂਦਿਆਂ ਨੂੰ ਹੀ ਮਾਰ ਮੁਕਾਇਆ। ਉਹ ਵੀ ਗੁਰਸਿੱਖ ਨੇ ਜਿਹੜੇ ਆਪਣੇ ਗੁਰੂਆਂ ਦੀ ਬਦੌਲਤ ਆਪਣੇ ਗੁਰੂ ਸਾਹਿਬਾਂ ਦੇ ਲਈ ਆਪਣੇ ਜੀਵਨ ਕੁਰਬਾਨ ਕਰ ਦਿੰਦੇ ਨੇ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਅੱਜ ਲੋੜ ਹੈ ਗੁਰੂ ਪਿਆਰਿਓ ਉਹੋ ਜਿਹੀ ਸਿੱਖੀ ਕਮਾਉਣ ਦੀ, ਉਹੋ ਜਿਹਾ ਗੁਰੂ ਦੇ ਲਾਡਲੇ ਪੁੱਤ ਬਣਨ ਦੀ, ਉਹੋ ਜਿਹਾ ਸੁਪੁੱਤਰ ਬਣਨ ਦੀ, ਉਹੋ ਜਿਹਾ ਸਾਹਿਬਜ਼ਾਦੇ ਬਣਨ ਦੀ। ਨਹੀਂ ਤਾਂ ਇਸ ਸੰਸਾਰ ਦੇ ਵਿੱਚ ਸਾਡੇ ਵਰਗੇ ਕਈ ਆਏ ਤੇ ਕਈ ਗਏ, ਕੌਣ ਨਾਮ ਲੈਂਦਾ ਹੈ, ਕੌਣ ਪੁੱਛਦਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਸਾਹਿਬਜ਼ਾਦਿਆਂ ਦਾ ਨਾਮ ਇਸ ਸੰਸਾਰ ਦੇ ਰਹਿਣ ਤੱਕ, ਸੰਸਾਰ ਦੇ ਰਹਿੰਦਿਆਂ ਤੱਕ ਹਮੇਸ਼ਾ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਰਹੇਗਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਮਿਹਰ ਕਰਨ, ਬਖਸ਼ਿਸ਼ ਕਰਨ, ਰਹਿਮਤ ਕਰਨ। ਇਹੋ ਜਿਹੇ ਜ਼ੁਲਮ ਕਰਨ ਵਾਲੇ ਲੋਕਾਂ ਦੇ ਮਨਾਂ ਦੇ ਵਿੱਚ ਵੀ ਕੁਝ ਦਇਆ, ਕੁਝ ਧਰਮ ਦੀ ਗੱਲ ਭਰ ਦੇਣ।
ਇਹ ਤਾਂ ਮਹਾਰਾਜ ਆਪ ਹੀ ਬਖਸ਼ਿਸ਼ ਕਰ ਸਕਦੇ ਨੇ। ਅਜਿਹਾ ਗੁਰੂ ਮੈਂ ਅੱਜ ਤੱਕ ਦੁਨੀਆ ਦੇ ਵਿੱਚ ਕੋਈ ਤੱਕਿਆ ਨਹੀਂ, ਜਿਹੜਾ ਆਪ ਹੀ ਪਰਮੇਸ਼ਰ ਹੁੰਦਾ ਹੋਇਆ ਆਪ ਹੀ ਸਾਰੇ ਭਾਣੇ ਵਰਤਾਈ ਜਾਵੇ ਤੇ ਆਪ ਹੀ ਸਾਰੇ ਕਾਰਜ ਕਰਵਾ ਕਰਕੇ ਦੁਨੀਆ ਨੂੰ ਦਿਖਾ ਦੇਵੇ ਜ਼ੁਲਮ ਦਾ ਟਾਕਰਾ ਕਿੰਝ ਕਰਨਾ ਹੈ, ਜ਼ੁਲਮ ਦੇ ਅੱਗੇ ਝੁਕਣਾ ਨਹੀਂ, ਨਾ ਕਿਸੇ ਨੂੰ ਡਰ ਦੇਣਾ, ਨਾ ਕਿਸੇ ਦਾ ਡਰ ਮੰਨਣਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਰਹਿਮਤ ਕਰਨ। ਇੰਨੇ ਬਚਨਾਂ ਦੇ ਨਾਲ ਦਾਸ ਕੇ ਮਨ ਦਾ ਜਾਚਕ ਹੈ ਵਿਚਾਰ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਭੁੱਲਾਂ ਚੁੱਕਾ ਹੋ ਗਈਆਂ ਹੋਣਗੀਆਂ, ਅਣਜਾਣ ਸਮਝ ਕਰਕੇ ਖਿਮਾ ਬਖਸ਼ਿਸ਼ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਣਹਾਰ, ਸਾਧ ਸੰਗਤ ਬਖਸ਼ਣਹਾਰ ਹੈ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।